ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦਾ ਪ੍ਰੋਗਰਾਮ ਕੀ ਹਾਲ ਪੰਜਾਬ ਦੇਖ ਰਹੇ ਹੋ। ਇਸ ਪ੍ਰੋਗਰਾਮ 'ਚ ਅਸੀਂ ਪੰਜਾਬ ਦੀਆਂ ਉਹਨਾਂ ਵਿਸ਼ਿਆਂ 'ਤੇ ਗੱਲ ਕਰਦੇ ਹਾਂ ਜਿਹੜੇ ਜ਼ਰੂਰੀ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਇੰਪੈਕਟ ਕਰਦੇ ਨੇ। ਅੱਜ ਪੰਜਾਬ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਹੀ ਪਿੱਛੇ ਨਜ਼ਰ ਆਉਂਦੇ ਹਾਂ। ਅਸੀਂ ਜੇ ਸਰਕਾਰੀ ਸਕੂਲਾਂ, ਸਰਕਾਰੀ ਕਾਲਜਾਂ, ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰੀਏ, ਬਹੁਤ ਮੰਦੇ ਹਾਲ ਨੇ। ਅਤੇ ਉਹਨਾਂ ਵੇਲਿਆਂ ਦੇ ਵਿੱਚ ਸਿੱਖਿਆ ਦੇ ਕੰਮ ਨੂੰ ਰਾਜਨੀਤੀ ਦਾ ਮੁੱਦਾ ਬਣਾਇਆ ਜਾਂਦਾ ਹੈ। ਅੱਜ ਗਵਰਨਰ ਆਫ ਪੰਜਾਬ ਅਤੇ ਗਵਰਨਮੈਂਟ ਆਫ ਪੰਜਾਬ ਆਮੋ ਸਾਹਮਣੇ ਨੇ VCs ਦੀ ਅਪੁਆਇੰਟਮੈਂਟ ਨੂੰ ਲੈ ਕੇ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਹੋਵੇ, ਚਾਹੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਹੋਵੇ। ਅਤੇ ਇਹਦੇ ਬਾਰੇ ਅਸੀਂ ਅੱਜ ਚਰਚਾ ਕਰਾਂਗੇ। ਸਾਡੇ ਨਾਲ ਸੁਰਿੰਦਰ ਕੰਵਲ ਜੀ ਜੁੜੇ ਹੋਏ ਨੇ। ਸਵਾਗਤ ਹੈ ਮੈਮ ਤੁਹਾਡਾ। ਵਿਨੋਦ ਭਾਰਤੀ ਜੀ ਨੇ ਕਾਂਗਰਸ ਤੋਂ, ਅਤੇ ਪੂਜਾ ਵਰਮਾ ਜੀ ਸਾਡੇ ਸਹਿਯੋਗੀ। ਸਵਾਗਤ ਹੈ ਜੀ ਬਹੁਤ ਬਹੁਤ। ਪੂਜਾ ਜੀ, ਕੀ ਲੱਗਦਾ ਕਿ ਜਿਹੜਾ ਇਹ ਵਿਸ਼ਾ ਬਣਾਇਆ ਹੋਇਆ, ਇਹ ਮੁੱਦਾ ਰਾਜਨੀਤੀ ਦਾ ਵਿਸ਼ਾ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ, ਤੇ ਪੂਰੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ, ਇੱਕ ਤੁਸੀਂ ਓਵਰਵਿਊ ਦੇ ਦਿਓ, ਫਿਰ ਆਪਾਂ ਚਰਚਾ ਸ਼ੁਰੂ ਕਰਦੇ ਹਾਂ। ਜੀ ਬਿਲਕੁਲ। ਜੇਕਰ ਗੱਲ ਕੀਤੀ ਜਾਏ ਰਾਜਪਾਲ ਤੇ CM ਦੇ ਵਿੱਚ ਜਿਹੜੀ ਟਕਰਾਰ ਹੈ ਉਹ ਅੱਜ ਦੀ ਨਹੀਂ ਹੈ, ਕਾਫੀ ਮਹੀਨਿਆਂ ਤੋਂ ਇਹ ਸਾਰਾ ਕੁਝ ਚੱਲ ਰਿਹਾ। ਅਸੀਂ ਦੇਖ ਵੀ ਰਹੇ ਅਖਬਾਰਾਂ ਦੇ ਵਿੱਚ ਹੈਡਲਾਈਨਸ ਇਹੀ ਹੁੰਦੀਆਂ, ਪੰਜਾਬ ਰਾਜਪਾਲ ਵਰਸਸ CM ਪੰਜਾਬ। ਤੁਸੀਂ ਦੇਖੋ ਆਮ ਤੌਰ ਤੇ ਚਾਹੇ ਸੋਸ਼ਲ ਮੀਡੀਆ ਹੋਵੇ, ਅਖਬਾਰਾਂ ਹੋਵੇ, TV ਚੈਨਲਸ ਹੋਵੇ, ਸਾਰੇ ਪਾਸੇ ਇਹੀ ਨਜ਼ਰ ਆਉਂਦਾ ਹੈ। ਕਿਉਂਕਿ ਕੁਝ ਇੱਕ ਫੈਸਲੇ, ਸਭ ਤੋਂ ਪਹਿਲੇ ਸ਼ੁਰੂਆਤ ਹੋਈ ਸੀ ਮਾਈਨਿੰਗ ਨੂੰ, ਆਵਾਜ਼ ਬਹੁਤ ਘੱਟ ਹੈ, ਆਵਾਜ਼ ਬਹੁਤ ਘੱਟ ਹੈ। ਜਦ ਗੱਲ ਕੀਤੀ ਗਈ ਸੀ ਖਾਸ ਤੌਰ ਪਰ ਕਿ ਜਦ ਖੁਦ ਰਾਜਪਾਲ ਨੇ ਕਿਹਾ ਸੀ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਤੇ ਸਰਕਾਰ ਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਉਸ ਟਾਈਮ ਤੋਂ ਇਹ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਏ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ VC ਹੈ, ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਗਏ ਕਿ ਪੈਨਲ ਨਹੀਂ ਭੇਜਿਆ ਗਿਆ ਸੀ, ਬਿਨਾਂ ਇਜਾਜ਼ਤ ਜਿਹੜੀ ਉੱਥੇ ਨਿਯੁਕਤੀ ਕੀਤੀ ਗਈ। ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹੀ ਇਸ਼ੂ ਸਾਹਮਣੇ ਆਇਆ ਕਿ ਜਿਹੜੀ ਨਿਯੁਕਤੀ ਉੱਥੇ VC ਦੀ ਕੀਤੀ ਗਈ ਹੈ ਉਹ ਗਲਤ ਹੈ, ਕੋਈ ਵੀ ਜਿਹੜੀ ਮਨਜ਼ੂਰੀ ਨਹੀਂ ਲਿੱਤੀ ਗਈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪੱਤਰ ਰਾਜਪਾਲ ਵੱਲੋਂ ਲਿਖਿਆ ਗਿਆ ਸੀ ਉਸਦਾ ਜਵਾਬ ਦਿੱਤਾ ਹੈ, ਤੇ ਜਵਾਬ ਦੇ ਵਿੱਚ ਲਿਖਿਆ ਹੈ ਕਿ ਤੁਹਾਨੂੰ ਇਹ ਸਾਰਾ ਕੁਝ ਕਰਨ ਦੇ ਲਈ ਆਖਿਰ ਕੌਣ ਕਹਿ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਮਿਲਿਆ ਹੈ, ਮੈਨੂੰ ਪਤਾ ਹੈ ਕਿ ਤੁਸੀਂ ਚੰਗੇ ਇਨਸਾਨ ਹੋ, ਲੇਕਿਨ ਤੁਹਾਡਾ ਇਸਤੇਮਾਲ ਕੀਤਾ ਜਾ ਰਿਹਾ ਹੈ, ਤੁਹਾਨੂੰ ਅੱਗੇ ਰੱਖ ਕੇ ਜਿਹੜਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਰਕਾਰ ਦੇ ਨਾਲ ਇਸ ਤਰੀਕੇ ਦੇ ਨਾਲ ਕੰਮ ਨਾ ਕਰਨ ਦਿਓ। ਤੇ ਮੁੱਖ ਮੰਤਰੀ ਆਪਣੇ ਲੈਟਰ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਤਰੀਕੇ ਨਾਲ ਲਿਖਿਆ ਹੈ ਕਿ ਮੈਂ ਤੁਹਾਨੂੰ ਮਿਲਿਆ, ਤੁਸੀਂ ਮੇਰੇ ਨਾਲ ਬਹੁਤ ਅੱਛੀ ਸਾਡੀ ਜਿਹੜੀ ਗੱਲਾਂ ਬਾਤਾਂ ਹੋਈਆਂ ਨੇ, ਲੇਕਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਨਜ਼ਰ ਆ ਰਿਹਾ ਕਿ ਤੁਹਾਨੂੰ ਕੋਈ ਦਬਾਅ ਦੇ ਹੇਠ ਤੁਸੀਂ ਕੰਮ ਕਰ ਰਹੇ ਹੋ। ਇਹ ਲੈਟਰ ਦੇ ਵਿੱਚ ਮੈਂਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਨਿਯੁਕਤੀ ਕੀਤੀ ਗਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ, ਉਹ ਕਾਨੂੰਨਾਂ ਦੇ ਤਹਿਤ ਹੈ ਤੇ ਇਸ ਵਿੱਚ CM ਤੇ ਰਾਜਪਾਲ ਦੀ ਕੋਈ ਵੀ ਭੂਮਿਕਾ ਨਹੀਂ ਹੈ, ਤੇ ਸਿੱਧੇ ਤੌਰ ਤੇ ਜਵਾਬ ਦਿੱਤਾ। ਹਾਲਾਂਕਿ ਹੁਣ ਇਹ ਦੇਖਣਾ ਹੋਏਗਾ ਕਿ ਰਾਜਪਾਲ ਵੱਲੋਂ ਕੀ ਕੁਝ ਜਵਾਬ ਜਿਹੜਾ ਇਸ ਵਿੱਚ ਆਉਂਦਾ ਹੈ। ਤੇ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਵੀ ਸਾਹਮਣੇ ਆਇਆ ਸੀਗਾ, ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ, ਮਨਜ਼ੂਰੀ ਜਿਹੜੀ ਹੈ ਉਹ ਪਹਿਲੇ ਮਨਾ ਕਰ ਦਿੱਤੀ ਸੀ, ਗਵਰਨਰ ਨੇ ਦਿੱਤੀ ਨਹੀਂ ਸੀ। ਜਦ ਉਹਨਾਂ ਨੇ ਜਿਹੜਾ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਾ ਸੀ ਤੇ ਪਹਿਲਾਂ ਮਨਾ ਕਰਤਾ ਸੀ। ਉਸ ਤੋਂ ਬਾਅਦ ਜਦ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਦੇ ਹੋਰ ਕੁਝ ਰੱਖ ਰਹੇ, ਪਰਾਲੀ ਨੂੰ ਲੈ ਕੇ ਜਾਂ ਮਾਈਨਿੰਗ ਨੂੰ ਲੈ ਕੇ ਜਿਹੜਾ ਹੈ, ਇਹ ਸਾਰੇ ਮੁੱਦੇ ਜਿਹੜੇ ਜਨ ਉਹਨਾਂ ਨੇ ਦੱਸੇ, ਤੇ ਉਸ ਤੋਂ ਬਾਅਦ ਮਨਜ਼ੂਰੀ ਮਿਲੀ ਕਿ ਸੈਸ਼ਨ ਕਰਵਾਇਆ ਜਾਏ। ਲੇਕਿਨ ਅੰਤਿਮ ਦਿਨ, ਯਾਨੀ ਕਿ ਜਿਸ ਦਿਨ ਸੈਸ਼ਨ ਦਾ 3 ਦਿਨ ਦਾ ਸੈਸ਼ਨ ਸੀਗਾ, ਜਿਸ ਦਿਨ ਸੈਸ਼ਨ ਦਾ ਅੰਤਿਮ ਦਿਨ ਸੀਗਾ, ਉਸ ਦਿਨ ਕੌਨਫੀਡੈਂਸ ਮੋਸ਼ਨ ਜਿਹੜਾ ਹੈ ਉਹ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਲਗਾਤਾਰ ਦੇਖਿਆ ਗਿਆ ਕਿ ਨਾਰਾਜ਼ਗੀ ਰਾਜਪਾਲ ਤੇ CM ਮਾਨ ਦੇ ਵਿੱਚ ਸਿੱਧੇ ਤੌਰ ਤੇ ਨਜ਼ਰ ਆਈ। ਜਦ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਦਾ ਨਾਮਕਰਨ ਵੀ ਹੋਣਾ ਸੀਗਾ, ਉੱਥੇ ਵੀ ਜਿਹੜਾ ਦੋਨਾਂ ਨੇ ਆਪਸ ਵਿੱਚ ਗੱਲਬਾਤ ਨਹੀਂ ਕੀਤੀ, ਇੱਥੇ ਤੱਕ ਕਿ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ। ਉਸ ਤੋਂ ਬਾਅਦ ਫਿਰ ਜਦ 에ਅਰਫੋਰਸ ਡੇ ਸੀਗਾ, ਜਿਸ ਦਿਨ 에ਅਰ ਸ਼ੋ ਸੀਗਾ ਚੰਡੀਗੜ੍ਹ, ਤੇ ਪ੍ਰੈਜ਼ੀਡੈਂਟ ਜਿਹੜੇ ਇੱਥੇ ਦ੍ਰੌਪਦੀ ਮੁਰਮੂ ਪਹੁੰਚੇ ਸੀ, ਤੇ ਉਸ ਵੇਲੇ ਵੀ CM ਮਾਨ ਉੱਥੇ ਨਹੀਂ ਪਹੁੰਚੇ, ਤੇ ਉਸ ਉੱਤੇ ਵੀ ਜਿਹੜਾ ਹੈ ਰਾਜਪਾਲ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਇੱਕ ਪ੍ਰੋਟੋਕਾਲ ਦੇ ਮੁਤਾਬਿਕ ਜਿਹੜਾ CM ਨੂੰ ਇੱਥੇ ਹੋਣਾ ਚਾਹੀਦਾ ਸੀ, ਉਹ ਵੀ ਰਾਜਨੀਤੀ ਦਾ ਵਿਸ਼ੇ ਰਿਹਾ। ਤੇ ਇਹ ਸਾਰੇ ਮੁੱਦੇ ਕਿਤੇ ਨਾ ਕਿਤੇ ਇੱਕ ਗੈਪ ਕਹੀਏ ਜਿਹੜੀ ਗਵਰਨਰ ਤੇ CM ਦੇ ਵਿੱਚ ਉਹ ਨਜ਼ਰ ਆਈ। ਹਾਲਾਂਕਿ ਆਪਣੇ ਲੈਟਰ ਦੇ ਵਿੱਚ ਅੱਜ CM ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਹੁੰਦਾ ਹੈ ਤੇ ਰਾਜਪਾਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੇ ਇਹ ਸਾਰਾ ਕੁਝ ਜਿਹੜਾ ਓਵਰਵਿਊ ਅੱਜ ਦੇਖਣ ਨੂੰ ਮਿਲਿਆ। ਸਿੱਧੇ ਤੌਰ ਤੇ ਹਲੇ ਵੀ ਇਹ ਨਜ਼ਰ ਆ ਰਿਹਾ ਕਿ ਦੋਨੋਂ ਆਪਸ ਦੇ ਵਿੱਚ ਗੱਲ ਨਾ ਕਰਕੇ ਲੈਟਰ ਟੂ ਲੈਟਰ ਜਿਹੜਾ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ। ਜੀ, ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸੁਰਿੰਦਰ ਕੰਵਲ ਜੀ, BJP ਦੀ ਸਰਕਾਰ ਕੇਂਦਰ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਵੀ ਹੈ, ਪੰਜਾਬ 'ਚ ਵੀ ਹੈ। ਦਿੱਲੀ ਦੇ ਵਿੱਚ ਵੀ ਇਹੀ ਸਵਾਲ ਉੱਠਦੇ ਆ, ਦਿੱਲੀ 'ਚ LG ਦੇ ਨਾਲ ਰੇੜਕਾ ਜਿਹੜਾ ਮਿਲਦਾ, ਇੱਥੇ ਪੰਜਾਬ ਦੇ ਵਿੱਚ ਗਵਰਨਰ ਦੇ ਨਾਲ। ਦਿੱਲੀ ਦੇ ਵਿੱਚ ਲਗਾਤਾਰ ਕਈ ਸਾਲਾਂ ਤੋਂ ਕਿਹਾ ਜਾ ਰਿਹਾ ਕਿ ਸਾਨੂੰ LG ਵੱਲੋਂ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ।
ਤੇ ਇੱਥੇ ਪੰਜਾਬ ਦੇ ਵਿੱਚ ਗਵਰਨਰ ਨਾਲ ਉਹੀ ਵਾਰਤਾ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਅਮਨਦੀਪ ਆਪੀ ਜੀ, ਥੈਂਕ ਯੂ। ਆਪਾਂ ਇਸ ਡਿਸਕਸ਼ਨ ਦੇ ਲਈ ਇਕੱਠੇ ਹੋਏ ਹਾਂ ਔਰ ਵਾਕਈ ਹੀ ਇਹ ਸੰਜੀਦਾ ਵਿਸ਼ਾ ਵਾ, ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਵਾ, ਜਾਂ ਇਹ ਕਹਿ ਲਈਏ ਕਿ ਜੋ ਕੁਝ ਵੀ ਚਲਾਇਆ ਜਾ ਰਿਹਾ ਵਾ ਨੋਇੰਗਲੀ ਚਲਾਇਆ ਜਾ ਰਿਹਾ। ਨੋਇੰਗਲੀ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਜਦੋਂ ਹੀ ਕੇਜਰੀਵਾਲ ਹੋਰਾਂ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਆ ਤਾਂ ਉਹ ਇੱਕ ਸਟੋਰੀ ਦੇ ਤਹਿਤ ਸਕ੍ਰਿਪਟਿੰਗ ਹੋ ਕੇ ਸ਼ੁਰੂ ਹੋਈ ਆ। ਬਿਕੋਜ਼ ਜੋ ਦਿੱਲੀ ਦੇ ਵਿੱਚ ਵਾਪਰਿਆ ਉਹੀ ਨੈਕਸਟ ਜਿੱਤੀ ਹੋਈ ਸਟੇਟ 'ਚ ਵਾਪਰਿਆ, ਬਿਲਕੁਲ ਉਹੀ ਸਟੋਰੀ ਅੱਗੇ ਜਿਹੜੀ ਆ ਉਹ ਵਧਾਈ ਜਾ ਰਹੀ ਆ। ਕਿਉਂਕਿ ਲਾਈਮਲਾਈਟ ਦੇ ਵਿੱਚ ਰਹਿਣ ਦੇ ਲਈ, ਜਾਂ ਇਹ ਕਹਿ ਲਈਏ ਕਿ ਲੋਕਾਂ ਦੇ ਸਾਹਮਣੇ ਇੱਕ ਮੁੱਦਾ ਕ੍ਰੀਏਟ ਕਰਕੇ ਉਸ ਮੁੱਦੇ ਦੇ ਉੱਤੇ ਚਰਚਾ ਦੇ ਵਿੱਚ ਰੱਖਣ ਦੇ ਲਈ, ਆਪਣੇ ਆਪ ਨੂੰ TRP ਸੇਕ ਸਾਰਾ ਕੁਝ ਕਰਨ ਦੇ ਲਈ, ਤੋਂ ਉਹ ਇਹਨਾਂ ਦੀ ਜਿਹੜੀ ਆਪ ਦੀ ਇੱਕ ਵਿਵਸਥਿਤ ਢੰਗ ਦੇ ਨਾਲ ਇੱਕ ਸਕ੍ਰਿਪਟਿੰਗ ਆ, ਜਾਂ ਇਹ ਕਹਿ ਲਈਏ ਕਿ ਆਪ ਨੇ ਇੰਨੇ ਵੱਡੇ ਸਿਸਟਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਇੱਕ ਸਟੋਰੀ ਸੇ ਇੱਕ ਚੀਜ਼ ਬਣਾਈ ਹੋਈ ਆ, ਜਿਹਨੂੰ ਕਿ ਹਰ ਜਗ੍ਹਾ ਦੇ ਉੱਤੇ ਉਵੇਂ ਹੀ ਇੰਪਲੀਮੈਂਟ ਕਰਦੇ ਪਏ ਨੇ। ਔਰ ਤੁਸੀਂ ਦੇਖੋ, ਜਦੋਂ ਦਿੱਲੀ ਦੇ ਵਿੱਚ ਕਹਿੰਦੇ ਨੇ ਕਿ ਮੋਦੀ ਜੀ ਕੰਮ ਨਹੀਂ ਕਰਨ ਦਿੰਦੇ, LG ਕੰਮ ਨਹੀਂ ਕਰਨ ਦਿੰਦੇ, ਲੇਟਰ ਔਨ ਜਦੋਂ ਇਹਨਾਂ ਦੇ ਸਾਰੇ ਮਤਲਬ ਖੁਲਾਸੇ ਹੋਏ ਨੇ ਤਾਂ ਕਿੱਡੇ ਵੱਡੇ ਕਰਪਸ਼ਨ ਦੇ ਜਿਹੜੇ ਦੋਸ਼ ਨੇ ਉਹ ਨਿਕਲੇ ਨੇ। ਔਰ ਹੁਣ ਜਦੋਂ ਕਰਪਸ਼ਨ ਦੇ ਦੋਸ਼ ਨਿਕਲੇ ਨੇ ਤੇ ਦੇ ਆਰ ਇੰਜੋਇੰਗ ਦਾ ਕਰਪਸ਼ਨ ਮੈਟਰਸ। ਹੁਣ ਦੇਖੋ ਕਰਪਸ਼ਨ ਮੈਟਰਸ ਨੂੰ ਇਹ ਕਿਸ ਤਰ੍ਹਾਂ ਇੰਜੋਏ ਕਰਦੇ ਪਏ ਨੇ। ਜਿਹੜੀ ਚੀਜ਼ ਜਦੋਂ ਤੁਸੀਂ ਦੇਖੋ ਕਿ ਜਿਹੜੀਆਂ ਸਾਡੀਆਂ ਏਜੰਸੀਜ਼ ਨੇ, ਜਦੋਂ ਉਹ ਇਹਨਾਂ ਦੇ ਉੱਤੇ ਕਰਪਸ਼ਨ ਕੱਢਦੇ ਪਏ ਨੇ, ਜਦੋਂ ਪਤਾ ਵਾ ਵੀ ਇਹਨਾਂ ਨੇ ਕਿਸ ਤਰ੍ਹਾਂ ਘੁਟਾਲੇ ਕੀਤੇ ਨੇ, ਜਦੋਂ ਉਹ ਘੁਟਾਲੇ ਬਾਹਰ ਆ ਰਹੇ ਨੇ, ਤਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਇੱਕ ਰਵਾਇਤ ਇਹਨਾਂ ਨੇ ਕੱਢ ਦਿੱਤੀ ਆ ਕਿ ਅਸੀਂ ਤਾਂ ਉਹਨਾਂ ਕ੍ਰਾਂਤੀਕਾਰੀਆਂ ਵਰਗੇ ਆ। ਈਵਨ ਕਿ ਇਹਨਾਂ ਨੇ 2 ਆਪਣੇ ਵੱਡੇ ਭ੍ਰਿਸ਼ਟਾਚਾਰੀ ਮੰਤਰੀਆਂ ਨੂੰ ਸ਼ਹੀਦ ਭਗਤ ਸਿੰਘ ਤੱਕ ਕਹਿ ਦਿੱਤਾ। तो मैं सोचती हाँ कि एक घटिया किस्म की सियासत आ, जां ये कह लईए जां वड्डे लोकां दे मूहां तो भी जिहड़ी चीज सुनन नूं मिल रही आ, ये एक घटिया किस्म की सियासत हो रही आ। दूसरे पासे जदों मैं देखदी हाँ कि यही सियासत जिहड़ी आ वो उसे तरह कांग्रेस भी करदी सी। तुसीं देखो जदों हैराल्ड केस हुंदा वा तां वो सारे सच सामने सी, कंध ते लिखिया होया सच आ, लेकिन ਉਹਦੇ ਲਈ पूरे भारत ਦੇ ਵਿੱਚ ਜਿਹੜੇ ਨੇ ਉਹ ਵਿਰੋਧ ਪ੍ਰਦਰਸ਼ਨ ਹੋਏ ਕਾਦੇ ਵਾਸਤੇ? ਕਰਪਸ਼ਨ ਤੋਂ ਬਚਾਉਣ ਦੇ ਵਾਸਤੇ। ਅੱਜ ਅਸੀਂ ਜਦੋਂ ਗੱਲ ਕਰਦੇ ਹਾਂ, ਸਰਾਰੀ ਸਾਹਿਬ ਦੀ ਗੱਲ ਕਰਦੇ ਹਾਂ, ਉਹ ਇੱਕ ਸਾਹਮਣੇ ਖੁੱਲਾ ਚਿੱਠਾ ਵਾ, ਪਤਾ ਵਾ ਹਰ ਇੱਕ ਚੀਜ਼ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਹੋ ਚੁੱਕੀ ਆ। ਤੋ ਇਹ ਸਾਰੀ ਜਿਹੜੀ ਇੱਕ ਨਵੀਂ ਰਾਜਨੀਤੀ ਦੀ ਰਵਾਇਤ ਵੀ ਕਹਿੰਦੇ ਆ ਕਿ ਮਤਲਬ ਉਤੋਂ ਕੀ ਕਹਿੰਦੇ ਹੁੰਦੇ ਆ, ਉੱਤੇ ਸੀਨਾ ਚੋਰੀ ਹੈ ਨਾ, ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ। ਤੋ ਇਹ ਜਿਹੜੀ ਚੋਰੀ ਤੇ ਸੀਨਾ ਚੋਰੀ ਵਾਲਾ ਜਿਹੜਾ ਇਹਨਾਂ ਦਾ ਕੰਮ ਦਾ, ਇਹਨਾਂ ਨੇ ਭ੍ਰਿਸ਼ਟਾਚਾਰ ਵੀ ਕਰਨਾ ਔਰ ਉਤੋਂ ਉਹ ਭ੍ਰਿਸ਼ਟਾਚਾਰ ਨੂੰ ਇਸ ਢੰਗ ਨਾਲ ਇੰਜੋਏ ਕਰਨਾ ਕਿ ਅਸੀਂ ਤਾਂ ਇਸ ਲੜਾਈ ਦੇ ਵਿਰੁੱਧ ਲੜਦੇ ਪਏ ਆ। ਤੋ ਜਦੋਂ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਆ ਕਿ ਗਵਰਨਰ, ਇਹਨਾਂ ਨੇ ਆਮੋ ਸਾਹਮਣੇ ਵਾਲੀ ਕੋਈ ਸਥਿਤੀ ਨਹੀਂ ਆਉਂਦੀ, ਕਿਉਂਕਿ ਇਹਨਾਂ ਨੇ ਬਾਰ-ਬਾਰ ਜਦੋਂ ਇਹਨਾਂ ਨੇ ਪ੍ਰੋਟੋਕੋਲ ਨੂੰ ਤੋੜਨ ਦਾ ਇੱਕ ਨਿਯਮ ਹੀ ਬਣਾ ਲਿਆ ਵਾ। ਹੁਣ ਤੁਸੀਂ ਦੇਖੋ ਕਿ ਜਦੋਂ ਰਾਸ਼ਟਰਪਤੀ ਸਾਹਿਬਾ ਆਉਂਦੇ ਨੇ ਤਾਂ ਰਾਸ਼ਟਰਪਤੀ ਉਹ ਕੱਲੇ ਬੀਜੇਪੀ ਦੇ ਤਾਂ ਨਹੀਂ ਆ ਨਾ। ਜੇਕਰ ਮੋਦੀ ਸਾਹਿਬ ਆਉਂਦੇ ਨੇ ਤਾਂ ਹੀ ਇਜ਼ ਨਾਟ ਦਾ ਪ੍ਰਾਈਮ ਮਿਨਿਸਟਰ ਫॉर ਓਨਲੀ ਬੀਜੇਪੀਜ਼। ਜੇਕਰ ਉਹ ਪ੍ਰਧਾਨ ਮੰਤਰੀ ਨੇ ਤਾਂ ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਨੇ, ਜੇਕਰ ਉਹ ਰਾਸ਼ਟਰਪਤੀ ਸਾਹਿਬਾ ਨੇ ਤਾਂ ਪੂਰੇ ਦੇਸ਼ ਦੇ ਰਾਸ਼ਟਰਪਤੀ ਸਾਹਿਬਾ ਨੇ। ਜੇਕਰ ਉਹ ਆਉਂਦੇ ਨੇ ਤਾਂ ਇਹਨਾਂ ਦਾ ਸਨਮਾਨ, ਇਹਨਾਂ ਦਾ ਸਤਿਕਾਰ ਜਿਹੜਾ ਕਰਨਾ ਇਹਨਾਂ ਦੀ ਫਸਟ ਐਂਡ ਫੋਰਮੋਸਟ ਡਿਊਟੀ ਬਣਦਾ ਵਾ। ਬੀਇੰਗ ਆ, ਜੇਕਰ ਅਸੀਂ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸੰਘੀ ਢਾਂਚਾ ਜਿਹੜਾ ਵਾ ਉਹ ਭਾਰਤ ਦੇ ਰਿਸਪੈਕਟਫੁਲ ਸਾਰੇ ਪਾਰਟ ਬਣ ਕੇ ਇੱਕ ਭਾਰਤ ਬਣਦਾ ਵਾ ਜੀ, ਹੈ ਨਾ। ਤਾਂ ਰਾਜਾਂ ਨੂੰ, ਉਹਨਾਂ ਚੀਜ਼ਾਂ ਨੂੰ, ਸੰਵਿਧਾਨ ਨੂੰ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪੂਰੇ ਦੇ ਪੂਰੇ ਸਿਸਟਮ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾਓ। ਜਦੋਂ ਅਸੀਂ ਅੰਬੇਦਕਰ ਸਾਹਿਬ ਦੀ ਫੋਟੋ ਲਾਉਂਦੇ ਆ ਤਾਂ ਅੰਬੇਦਕਰ ਸਾਹਿਬ ਇਕੱਲੇ ਕੌਣ ਨੇ? ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ। ਅੰਬੇਦਕਰ ਸਾਹਿਬ ਦੀ ਫੋਟੋ ਲਾਉਣ ਦਾ ਮਕਸਦ ਕੀ ਆ ਕਿ ਵੀ ਸ਼ੁੱਡ ਫੋਲੋ ਐਂਡ ਅਬਾਈਡ ਬਾਈ ਦਾ ਰੂਲਸ ਆਫ ਕਨਸਟੀਟਿਊਸ਼ਨ। ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ, ਉਹਨਾਂ ਨੂੰ ਤੇ ਇਹ ਫੋਲੋ ਨਹੀਂ ਕਰਦੇ। ਹਰ ਜਗ੍ਹਾ ਦੇ ਉੱਤੇ ਸੰਵਿਧਾਨ ਨੂੰ ਤੋੜਦੇ ਨੇ, ਹਰ ਜਗ੍ਹਾ ਦੇ ਉੱਤੇ ਸੰਵਿਧਾਨ ਦੇ ਰੂਲਾਂ ਨੂੰ ਤੋੜਦੇ ਪਏ ਨੇ। ਤੁਸੀਂ ਦੇਖੋ ਮੈਮ ਨੇ ਜਿਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਗਣਾਈਆਂ ਨੇ, ਉਹ ਸਾਰੀਆਂ ਚੀਜ਼ਾਂ ਕੀ ਨੇ ਕਿ ਪ੍ਰੋਟੋਕੋਲ ਨੂੰ ਤੋੜ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ, ਤੇ ਦੂਸਰੀ ਜਿਹੜੀ ਵਰਕਿੰਗ ਤੇ ਰਿਹਾ, ਜਿਹੜੀ ਕਿ ਰੂਲ ਐਂਡ ਰੈਗੂਲੇਸ਼ਨ ਨੂੰ। ਦੇਖੋ ਬੀਜੇਪੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਸ਼ੁਰੂ ਤੋਂ ਲੈ ਕੇ ਹੁਣ ਤੱਕ
ਦੇਖ ਲਓ ਕਿ ਭਾਵੇਂ ਸਲੋ ਚੱਲਦੇ ਨੇ ਲੇਕਿਨ ਰੂਲ ਐਂਡ ਰੈਗੂਲੇਸ਼ਨ ਨੂੰ ਕਿਤੇ ਵੀ ਬ੍ਰੇਕ ਕਰਨਾ ਉਹ ਉਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰਦੇ। ਜਿੱਥੇ ਵੀ ਕੋਈ ਰੂਲ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਉਸ ਚੀਜ਼ ਨੂੰ ਨੋਟੀਫਾਈ ਕਰਦੇ ਨੇ, ਨੋਟਿਸ ਦਿੰਦੇ ਨੇ। ਹੁਣ ਵੀ ਜਦੋਂ ਇਹ ਪ੍ਰੋਬਲਮ ਆਉਂਦੀ ਆ, ਸਿੱਖਿਆ ਦੀ ਗੱਲ ਆਉਂਦੀ ਆ, ਜਦੋਂ ਫਰੀਦਕੋਟ ਯੂਨੀਵਰਸਿਟੀ ਵਾਲਾ ਇੱਕ ਵੱਡਾ ਵਾਕਿਆ ਵਾਪਰਦਾ ਵਾ, ਇੱਕ ਵਾਈਸ ਚਾਂਸਲਰ ਦੇ ਨਾਲ ਜਦੋਂ ਇੱਕ ਬੇਹੁਰਮਤੀ ਹੁੰਦੀ ਆ, ਤਾਂ ਉਸ ਤੋਂ ਬਾਅਦ ਨਵੇਂ ਵੀਸੀ ਦੀ ਅਪਾਇੰਟਮੈਂਟ ਹੁੰਦੀ ਆ, ਤਾਂ ਉਦੋਂ ਜਿਹੜਾ ਇਹ ਸੰਵਿਧਾਨ ਦੇ ਅਕੋਰਡਿੰਗ, ਹੁਣ ਜਿਵੇਂ ਮੈਮ ਨੇ ਗੱਲ ਕੀਤੀ ਕਿ ਇਹ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਹੁੰਦਾ ਵਾ। ਲੋਕਤੰਤਰ ਕਿਹਦਾ ਬਣਾਇਆ ਹੋਇਆ ਵਾ? ਸੰਵਿਧਾਨ ਦਾ ਇੱਕੋ ਜਿਹੜੇ ਇੱਕ ਪੈਰਾਮੀਟਰਸ ਨੇ ਉਹਦਾ ਬਣਾਇਆ ਹੋਇਆ ਲੋਕਤੰਤਰ ਆ, ਜਿਹਦੇ ਅਕੋਰਡਿੰਗ ਲੋਕਾਂ ਦੀ ਸਰਕਾਰ ਜਿਹੜੀ ਆ ਉਹ ਸਾਡੇ ਕੋਲ ਬਾਈ ਵੋਟਿੰਗ ਆਉਂਦੀ ਆ। ਹੁਣ ਉਸ ਸਰਕਾਰ ਨੂੰ ਚਲਾਉਣ ਵਾਲੇ ਦੇ ਲਈ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਸੜਕ ਦੇ ਉੱਤੇ ਚੱਲ ਰਿਹਾ ਇੱਕ ਨਾਰਮਲ ਮੈਨ ਜਾ ਕੇ ਵੀਸੀ ਨੂੰ ਨਿਯੁਕਤ ਕਰਨਗੇ। ਇਜ਼ ਇਟ ਪੋਸੀਬਲ? ਵੋਟਾਂ ਪਾ ਕੇ ਸਾਰਾ ਕੁਝ ਬਣਿਆ, ਲੇਕਿਨ ਸੰਵਿਧਾਨ ਦੀ ਉਸ ਕਿਤਾਬ ਨੇ, ਉਸ ਰੂਲ ਐਂਡ ਰੈਗੂਲੇਸ਼ਨ ਨੇ, ਉਹਨਾਂ ਮਦਾਂ ਨੇ ਸਾਨੂੰ ਇੱਕ ਪ੍ਰੋਪਰ ਢਾਂਚਾ ਦਿੱਤਾ ਵਾ। ਉਸ ਢਾਂਚੇ ਦੇ ਅਕੋਰਡਿੰਗ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਦੇ ਉੱਤੇ ਬੈਠ ਕੇ ਕੰਮ ਕਰਨਾ ਹੁੰਦਾ ਵਾ। ਜਦੋਂ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਦੀ ਗੱਲ ਆਉਂਦੀ ਆ, ਤਾਂ ਮੈਂ ਇੱਕ ਗੱਲ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਦਾ ਵਾਕਿਆਤ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਕੈਲਕਟਾ 'ਚ ਵੀ ਹੋਇਆ, ਔਰ ਉਦੋਂ ਜਦੋਂ ਇਹ ਸਾਰਾ ਕੁਝ ਹੋਇਆ ਉੱਥੇ ਵੀਸੀ ਦੀ ਅਪਾਇੰਟਮੈਂਟ ਸਟੇਟ ਗਵਰਨਮੈਂਟ ਦੇ ਵੱਲੋਂ ਕੀਤੀ ਗਈ, ਲੇਕਿਨ ਉਹ ਜਿਹੜਾ ਮੁੱਦਾ ਸੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਉਹ ਅਗੇਂਸਟ ਜਿਹੜਾ ਵਾ ਸਟੇਟ ਗਵਰਨਮੈਂਟ ਦੇ ਰਿਹਾ। ਫਸਟ ਪੁਆਇੰਟ। ਸੈਕੰਡ ਪੁਆਇੰਟ, यूजीसी ਦੇ ਨॉर्म्स ਦੇ ਅਕੋਰਡਿੰਗ ਇਹ ਸਾਰੀਆਂ ਅਮੈਂਡਮੈਂਟ ਆਲਰੇਡੀ ਹੋ ਚੁੱਕੀਆਂ ਨੇ ਕਿ ਜਿਤਨੀ ਵੀ ਯੂਨੀਵਰਸਿਟੀਜ਼ ਨੇ ਦੇ ਵਿਲ ਬੀ ਅੰਡਰ ਦਾ यूजीसी ਨॉर्म्स। ਠੀਕ ਹੈ ਜੀ। ਤੀਸਰੀ ਗੱਲ ਜਦੋਂ ਆਉਂਦੀ ਆ ਕਿ ਜਦੋਂ ਚਾਂਸਲਰ, ਜਦੋਂ ਅਸੀਂ ਕਹਿੰਦੇ ਆ ਕਿ ਚਾਂਸਲਰ, ਹੂ ਇਜ਼ ਦਾ ਚਾਂਸਲਰ, ਇਹਦੇ ਵਿੱਚ ਨਾ ਮੈਂ ਤੁਹਾਡੇ ਕੋਲ ਇੱਕ ਚੀਜ਼ ਦੱਸਦੀ ਆ ਕਿ ਇਹਦੇ ਵਿੱਚ ਪੁਆਇੰਟ ਨੰਬਰ 11 ਆ ਮੇਰੇ ਕੋਲ, ਰੂਲ ਐਂਡ ਰੈਗੂਲੇਸ਼ਨਸ ਦਾ ਉਹ ਸਾਰਾ ਪੁਆਇੰਟ ਹੈ ਮੇਰੇ ਸਾਹਮਣੇ ਆ। ਇਹਦੇ ਵਿੱਚ ਇੱਕ ਚੀਜ਼ ਲਿਖੀ ਆ ਕਿ ਦ ਚਾਂਸਲਰ ਸ਼ੈਲ ਬੀ ਦਾ ਆਨਰੇਰੀ ਚੇਅਰਮੈਨ ਆਫ ਦਾ ਬੋਰਡ ਐਂਡ ਦਾ ਵਾਈਸ ਚਾਂਸਲਰ ਦਾ ਵਰਕਿੰਗ ਚੇਅਰਮੈਨ। ਤੋ ਜਦੋਂ ਇਹ ਵਾਈਸ ਚਾਂਸਲਰ ਦੀ ਗੱਲ ਕਰਦੇ ਆ, ਮੰਨ ਲੈਂਦੇ ਆ ਆਪਾਂ ਇਹ ਇੱਕ ਆਟੋਨੋਮਸ ਬੋਡੀ ਆ, ਹਿਸਾਰ ਐਗਰੀਕਲਚਰ ਯੂਨੀਵਰਸਿਟੀ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੇਕਿਨ ਇਸ ਦੀਆਂ ਮਦਾਂ ਦੇ ਵਿੱਚ ਬਕਾਇਦਾ ਤੌਰ ਤੇ ਅਥਾਰਟੀਜ਼ ਐਂਡ ਵਰਕਿੰਗ ਆਫੀਸ਼ੀਅਲਸ ਲਿਖੇ ਹੋਏ ਨੇ। ਲੇਕਿਨ ਇਹਦੇ ਵਿੱਚ 11 ਨੰਬਰ ਦੇ ਉੱਤੇ ਇੱਕ ਚੀਜ਼ ਵੀ ਲਿਖੀ ਹੋਈ ਆ, ਚਾਂਸਲਰ ਯੂਨੀਵਰਸਿਟੀ ਜਿਹੜੀ ਆ ਬਿਨਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਕੋਆਪਰੇਸ਼ਨ ਤੋਂ ਜਾਂ ਕੋਆਰਡੀਨੇਸ਼ਨ ਤੋਂ ਬਿਨਾਂ ਨਹੀਂ ਚੱਲ ਸਕਦੀ। This is very clear and according to the UGC norms ਇਹ ਚੀਜ਼ ਜਿਹੜੀ ਆ ਬਿਲਕੁਲ ਕਲੀਅਰ ਕਿ who is the chancellor। ਔਰ ਆਪਾਂ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਵਾ ਕਿ ਗਵਰਨਰ ਇਟਸੈਲਫ ਇਜ਼ ਅ ਆਟੋਨੋਮਸ ਬਾਡੀ ਬੀਇੰਗ ਅ ਚਾਂਸਲਰ ਆਫ ਦ ਯੂਨੀਵਰਸਿਟੀਜ਼। ਹੁਣ ਜਦੋਂ ਇਹ ਪ੍ਰੋਬਲਮ ਕ੍ਰੀਏਟ ਕਰਦੇ ਨੇ ਤਾਂ ਇਹ ਕੀ ਕਰਦੇ ਨੇ, ਰੂਲ ਤੋੜ ਕੇ ਫਿਰ ਕਹਿਣਾ ਜਿਹੜੇ ਰੂਲ ਅਕੋਰਡਿੰਗ ਕੰਮ ਹੋ ਰਿਹਾ ਵਾ, ਕਿਉਂਕਿ ਉਹ ਤਾਂ ਸੰਵਿਧਾਨ ਨੂੰ ਫੋਲੋ ਕਰਦੇ ਨੇ, ਸੰਵਿਧਾਨ ਨੂੰ ਅਬਾਈਡ ਬਾਏ, ਉਹ ਹਰ ਇੱਕ ਰੂਲ ਸੰਵਿਧਾਨ ਦੇ ਅਕੋਰਡਿੰਗ ਚੱਲਦੇ ਨੇ, ਹੈਨਾ। ਤਾਂ ਆਪਾਂ ਇੱਥੇ ਚਾਂਸਲਰ ਸਾਹਿਬ ਨੂੰ ਬੀਇੰਗ ਅ ਗਵਰਨਰ, ਜਿਹੜੇ ਕਿ ਪੰਜਾਬ ਦੇ, ਮੰਨ ਲਓ ਸੀਐਮ ਜਿਹੜੇ ਨੇ ਪੰਜਾਬ ਦੇ ਅਗਵਾਈ ਕਰਤਾ ਨੇ, ਲੇਕਿਨ ਇਹਨਾਂ ਦੇ ਉੱਤੇ ਇੱਕ ਹੋਰ ਬਾਡੀ ਆ ਜਿਹੜੀ ਕਿ ਹਰ ਇੱਕ ਕੀਤੇ ਕੰਮ ਦੀ ਸਕਰੀਨਿੰਗ ਵੀ ਰੱਖੂਗੀ। ਇਹ ਪਹਿਲਾਂ ਵਾਲੀਆਂ ਤਾਂ ਗੱਲਾਂ ਹੈ ਨਹੀਂ ਆ ਕਿ ਤੂੰ ਮੇਰਾ ਹੱਥ ਧੋ ਤਾਂ ਮੈਂ ਤੇਰਾ ਹੱਥ ਧੋਊਂਗਾ, ਹੈਨਾ, ਉਸ ਤਰ੍ਹਾਂ ਦਾ ਨਹੀਂ ਆ ਕੰਮ। ਤੋਂ ਇਹ ਪੰਜਾਬ ਗਵਰਨਮੈਂਟ ਨੂੰ ਵੀ ਸਮਝਣਾ ਚਾਹੀਦਾ ਵਾ, ਇਫ ਦੇ ਵਾਂਟ ਚੇਂਜ ਤਾਂ ਦਿਸ ਇਜ਼ ਦਾ ਚੇਂਜ, ਉਹਨਾਂ ਨੂੰ ਇਹ ਚੀਜ਼ ਐਕਸੈਪਟ ਕਰਨੀ ਚਾਹੀਦੀ ਆ। ਤਾਂ ਹਰ ਇੱਕ ਰੂਲ ਨੂੰ ਤੋੜ ਕੇ, ਪ੍ਰੋਟੋਕੋਲ ਨੂੰ ਤੋੜ ਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨਾ, ਤਾਂ ਦਿਸ ਇਜ਼ ਅਟਲੀ ਅ ਵੈਰੀ ਰੋਂਗ ਥਿੰਗ ਫॉर द ਡੈਮੋਕ੍ਰੇਸੀ। ਇਹ ਆਪ ਵਾਲਿਆਂ ਨੂੰ ਸਮਝ ਲੈਣੀ ਚਾਹੀਦੀ ਆ। ਔਰ ਸੰਵਿਧਾਨਿਕ ਪੱਧਰ ਦੇ ਉੱਤੇ ਜਿਹੜਾ ਇਹਨਾਂ ਦਾ ਬਾਰ-ਬਾਰ ਅਨਐਕਸਪੀਰੀਅੰਸ ਸ਼ੋ ਹੋਣਾ, ਉਹੀ ਗਲਤੀਆਂ ਜਿਹੜੀਆਂ ਨੇ ਉਹ ਬਾਰ-ਬਾਰ ਇਹਨਾਂ ਗਲਤੀਆਂ ਨੂੰ ਜਾਂ ਤਾਂ ਇਹ ਨੋਇੰਗਲੀ ਕਰਦੇ ਪਏ ਨੇ, ਬਿਕੋਜ਼ देयर ਆਰ ਬਿਊਰੋਕਰੇਟਸ ਜਿਹੜੇ ਕਿ ਇਹਨਾਂ ਨੂੰ ਆਈਐਸ ਲੌਬੀ ਆ ਜਿਹੜੀ ਪ੍ਰੋਪਰ ਡਾਇਰੈਕਸ਼ਨਸ ਦੇਣ ਵਾਲੇ ਨੇ, ਮੰਨਿਆ ਕਿ ਇਹ ਸਾਰੀ ਪ੍ਰੋਬਲਮ ਦੇ ਵਿੱਚ ਨੇ ਜਾਂ ਇਹਨਾਂ ਚੀਜ਼ਾਂ ਹਜੇ ਨਵੀਂ ਗਵਰਨਮੈਂਟ ਆ, ਨਵੀਂ ਗਵਰਨਮੈਂਟ ਦੇ ਵਿੱਚ ਸਾਰੇ ਰੂਲ ਰੈਗੂਲੇਸ਼ਨ ਨੂੰ ਇੰਪਲੀਮੈਂਟ ਕਰਨ ਲੱਗਿਆ ਕਿਤੇ ਨਾ ਕਿਤੇ ਕੋਈ ਕੋਤਾਹੀ ਰਹਿ ਜਾਂਦੀ ਆ। ਬਟ ਜਦੋਂ ਸਾਡੇ ਕੋਲ ਇੱਕ ਪ੍ਰੋਪਰ ਲੌਬੀ ਆ, ਉਸ ਲੌਬੀ ਦੇ ਹੁੰਦਿਆਂ ਸਾਰਾ ਕੁਝ ਕ੍ਰੀਏਟ ਹੋਵੇ, ਇਟ ਮੀਨ ਟੂ ਸੇ ਕਿ ਆਪਾਂ ਉਹ ਚੀਜ਼ ਨੂੰ ਨੋਇੰਗਲੀ ਕ੍ਰੀਏਟ ਕਰ ਰਹੇ ਹਾਂ, ਪਰ ਅਲਟੀਮੇਟਲੀ ਜਿਹੜੀ ਇਹ ਮਤਲਬ ਇਹਨਾਂ ਦੇ ਆਪਸ ਦੇ ਰਿਲੇਸ਼ਨਸ ਜਿਹੜੇ ਖਰਾਬ ਹੋ ਰਹੇ ਨੇ, ਤਾਂ ਇਹ ਪੰਜਾਬ ਦੇ ਲਈ ਮਤਲਬ ਬੁਰੇ ਨੇ। ਮੈਂ ਇਸ ਚੀਜ਼ ਨੂੰ ਸਮਝਦਾ। ਹਾਲਾਂਕਿ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਦੇ ਵੱਲੋਂ ਕਿਤੇ ਕੋਈ ਸਮੱਸਿਆ ਕ੍ਰੀਏਟ ਨਹੀਂ ਹੋ ਰਹੀ, ਇਹ ਸਮੱਸਿਆ ਕ੍ਰੀਏਟ ਕਰਦੇ ਨੇ, ਉਹਨਾਂ ਦੇ ਧਿਆਨ ਹਿੱਤ ਆਉਂਦੀ ਆ, ਆਫਟਰ ਦੈਟ ਦੇ ਟੇਕ ਡਿਸੀਜਨ। ਜੀ, ਜਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਰਿਵਾਇਤੀ ਪਾਰਟੀਆਂ ਤੋਂ ਅਲੱਗ ਦੱਸਿਆ, ਉਹਨਾਂ ਨੇ ਦੱਸਿਆ ਕਿ ਅਸੀਂ ਰਿਵਾਇਤੀ ਪਾਰਟੀਆਂ ਦਾ ਬਦਲ
ਬਣ ਕੇ ਆਵਾਂਗੇ। ਬੀਜੇਪੀ ਵੀ ਐਕਸਪੀਰੀਅੰਸ ਪਾਰਟੀ ਹੈ, ਕਾਂਗਰਸ ਵੀ ਐਕਸਪੀਰੀਅੰਸ ਪਾਰਟੀ ਹੈ। ਵਿਨੋਦ ਭਾਰਤੀ ਜੀ ਤੋਂ ਮੈਂ ਪੁੱਛਣਾ ਚਾਹੂੰਗਾ, ਵਿਨੋਦ ਜੀ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸਿੱਖਿਅਕ ਅਦਾਰਿਆਂ ਦੇ ਨਾਲ ਜੋ ਕੁਝ ਹੋ ਰਿਹਾ ਇਹਦੇ ਤੋਂ ਕੀ ਮੈਸੇਜ ਮਿਲ ਰਿਹਾ? ਅਮਨ ਜੀ, ਬੜੀ ਮੰਦਭਾਗੀ ਗੱਲ ਹੈ ਔਰ ਪੰਜਾਬ ਲਈ ਤਾਂ ਬੜੀ ਦੁਖਦਾਈ ਹੈ। बीजेपी और आम आदमी पार्टी घटिया राजनीति कर रहे हैं और पंजाब दा नुकसान हो रहा। जेकर आम आदमी पार्टी ये गल कहती है भी अंडर सैक्शन 13(3) गवर्नर नू राइट है कि वो अपनी जब तक वो कॉन्सेंट ना लिती जाए, UGC दे नॉर्म्स ना पूरे किए जान तां BC अपॉइंट नहीं हो सकता जी। दूसरे पासे बीजेपी सॉरी गवर्नर साहब का क्लेम यह है कि बीइंग ए चांसलर मेरी ये ड्यूटी बनती है कि मैं वो देखा कि सारे नॉर्म्स ये पूरे करते हैं, उस तो बाद फिर मैं अपॉइंटमेंट नू अप्रूवल दियां जी। ये मसला आ गया कानूनी। हुण ये राजनीति खेड रही दोनों पार्टियां जी। जेकर ये कानूनी मसला है, ना उन्होंने कोल कोई हल निकल रहा है, ना उन्होंने कोलों कोई हल निकल रहा है। ये पंजाब दे लोगों नू बेवकूफ बनाने की बजाय, अपनियां गलतियां छुपाने की बजाय, दोनों च एक धिर हुण तक कोर्ट क्यों नहीं गई? इन्हां नू कोर्ट जाके उत्थे गल क्लीयर करनी चाहिए सी ताकि पंजाब दे लोगों नू पता लगदा। और ये एक दूसरे नू ठिठ करन लई नित नवीं स्टेटमेंटां, नित नवीं नौटंकियां, ਇਹ ਗੱਲ ਜਿਹੜੀ ਹੈ ਅੱਜ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਆ। ਹੁਣ ਮੇਰੀ ਛੋਟੀ ਭੈਣ ਜਦੋਂ 1 ਸਾਲ ਹੋ ਗਿਆ ਵਾ ਉੱਥੇ ਵਾਈਸ ਚਾਂਸਲਰ ਦੀ ਨਿਯੁਕਤੀ ਨਹੀਂ ਸੀ ਹੋਈ, ਇੱਕ ਟਾਈਮ ਪੀਰੀਅਡ ਹੁੰਦਾ ਵਾ 2 ਸਾਲ। ਨਹੀਂ ਜਿਹੜੀ ਤੁਸੀਂ ਇੱਥੇ ਗੱਲ ਕਰ ਰਹੇ ਹੋ ਨਾ ਕਿ 2 ਸਾਲ ਦਾ ਟਾਈਮ ਪੀਰੀਅਡ ਆ, ਦੇਖੋ ਸਾਲ ਦਾ ਟਾਈਮ ਪੀਰੀਅਡ ਹੋ ਚੁੱਕਾ ਵਾ, ਲੇਕਿਨ ਜਦੋਂ ਟਾਈਮ ਪੀਰੀਅਡ ਲੰਘ ਗਿਆ ਵਾ ਤਾਂ ਇਹ ਵੀ ਤਾਂ ਗੱਲ ਅਸੰਵਿਧਾਨਿਕ ਹੈ ਨਾ ਜੀ। ਸੁਰਿੰਦਰ ਜੀ, ਆਪਾਂ ਉਹਨਾਂ ਤੋਂ ਪਹਿਲਾਂ ਸੁਣ ਲੈਂਦੇ, ਉਹ ਕਹਿਣਾ ਕੀ ਚਾਹ ਰਹੇ ਆ ਜੀ। ਵਿਨੋਦ ਭਾਰਤੀ ਜੀ, मैं इस करके तुसी भी पेशेंस रखो, मैं पेशेंस नाल सुनी है तुहाडी एडी लंबी स्पीच। और इस करके जेड़ी गल मेरी छोटी बहन सुरिंदर कंवल जी ने कही है कि जी असी नॉर्म्स के मुताबिक साडे गवर्नर साहब जेडे ने वो बिल्कुल कानून के मुताबिक काम कर रहे हैं और साडा हरेक गवर्नर जिहड़ा है वो अपनी ड्यूटी ते पूरी तरह ड्यूटी परफॉर्म कर लिया। मैं पूछना चाहना, जदों महाराष्ट्र तड़के 4 बजे उठा के गवर्नर नू सौं चुका दी गई भी ये सरकार जी है फडनवीस जी की बन गई ते अजीत पवार जी उहदे डिप्टी चीफ मिनिस्टर बन गए और 8 बजे 9 बजे वो सरकार का भोग पै गया सी। किहड़े नॉर्म्स दी उन्होंने उदों भरपाई की? हर एक आदमी अपने मौके के मुताबिक, अपनी जरूरत के मुताबिक, अपने स्वार्थ के मुताबिक राजनीति कर रहे हैं, चाहे बीजेपी हो चाहे आम आदमी पार्टी हो। इसलिए ये पंजाब का नुकसान कर रहे हैं। मेरी दोनों पार्टियां नू ये बेनती है कि कोई भी जिहड़ा काम है वो कानून के मुताबिक जे करना तो फिर कानून के मुताबिक ही किया जाए। कानून नू अपनी सहूलत के मुताबिक ढालण की कोशिश ना की जाए जी। एक गल उन्होंने कही कि भी ये सीना चोरी कर रहे हैं आम आदमी पार्टी वाले, वो मैं इन्हां दी गल नाल पूरी तरह सहमत हाँ। जिन्हां दे उपर करप्शन के चार्ज लगे है उन्हां नू शहीद भगत सिंह जी दे नाल जोड़ना या उन्हां दे बराबर लैके आना एक बड़ा वड्डा गुनाह है। पिछे ही कल दी एक डिबेट विच मैं आम आदमी पार्टी के रिप्रेजेंटेटिव नू रिक्वेस्ट की थी कि तुहानू माफी मंगनी चाहिए है। तुसी इतिहास दे नाल भी दगा कीता है, पंजाब दे नाल भी दगा कीता है और जिन्हां दी लासानी शहादत है देश की आज़ादी लई तुसी उन्हां नाल भी दगा कीता, इसलिए माफी मंगो। उन्हां लई उन्हां नू माफी मंगनी चाहिए है। उस गल लई मैं इन्हां नाल सहमत हाँ, पर इस गल लई मैं इन्हां नाल सहमत नहीं हाँ। ना बीजेपी सिंसीयर है, ना आम आदमी पार्टी सिंसीयर है। पंजाब दे लोग अपने आप नू अज ठग्या होया महसूस कर रहे हैं। चाहे जेकर उहदे नाल कोई फर्क नहीं सी पैंदा, आकड़ गए आम आदमी पार्टी के चीफ मिनिस्टर साहब श्री भगवंत मान जी कि हमें तो बुलाना ही नहीं है गवर्नर साहब को। गवर्नर साहब नाल केड़ा बट दा रौला है?
ਉਹਨਾਂ ਨਾਲ ਕੋਈ ਜ਼ਮੀਨ ਦਾ ਰੌਲਾ ਤਾਂ ਹੈ ਨਹੀਂ। ਇਹ ਵੀ ਉਹਨਾਂ ਨੂੰ ਚਾਹ ਤੇ ਬੁਲਾ ਸਕਦੇ ਸੀ ਜਾਂ ਉਹਨਾਂ ਕੋਲ ਜਾ ਸਕਦੇ ਸੀ, ਜਿਹੜੀ ਕੋਈ ਮਿਸਅੰਡਰਸਟੈਂਡਿੰਗ ਸੀ ਉਹ ਰਿਮੂਵ ਕਰ ਸਕਦੇ ਸੀ। ਇਹਨਾਂ ਨੇ ਆਪਣਾ ਜਲੂਸ ਕਢਾ ਲਿਆ। ਹਿੰਦੁਸਤਾਨ ਦੇ ਮਹਾਮਹਿਮ ਰਾਸ਼ਟਰਪਤੀ ਉੱਥੇ ਆਏ ਔਰ ਉੱਥੇ ਆ ਕੇ ਜਦੋਂ ਗਵਰਨਰ ਦੇ ਨਾਲ ਉਹ ਸੀਐਮ ਸਾਹਿਬ ਉੱਥੇ ਗਏ ਨਹੀਂ ਜੀ। ਸੀਐਮ ਸਾਹਿਬ ਨੂੰ ਉੱਥੇ ਜਾਣਾ ਚਾਹੀਦਾ ਸੀ, ਕਿਉਂਕਿ ਮਹਾਮਹਿਮ ਦੇ ਨਾਲ ਕਾਹਦੀ ਨਾਰਾਜ਼ਗੀ, ਉਹ ਤਾਂ ਸਾਰੇ ਦੇਸ਼ ਦੇ ਨੇ ਜੀ। ਉਹ ਇਸ ਲਈ ਬੀਜੇਪੀ, ਇਹ ਸਾਡੀ ਬਦਕਿਸਮਤੀ ਹੈ ਕਿ ਐਸੇ ਲੋਕਾਂ ਦੇ ਹੱਥ ਵਿੱਚ ਰਾਜ ਆ ਗਿਆ ਕਿ ਜਿਨ੍ਹਾਂ ਨੂੰ ਰਾਜ ਚਲਾਉਣ ਦਾ ਪਤਾ ਹੀ ਨਹੀਂ। ਕਿਸੇ ਅਣਜਾਣ ਆਦਮੀ ਦੇ ਹੱਥ ਵਿੱਚ ਕਾਰ ਦਾ ਸਟੀਅਰਿੰਗ ਫੜਾ ਦਈਏ ਨਾ ਤਾਂ ਉਹ ਕਾਰ ਕਿਤੇ ਨਾ ਕਿਤੇ ਮਾਰੂਗਾ। ਸੇਮ ਪੋਜੀਸ਼ਨ ਹੈ ਸ਼੍ਰੀ ਭਗਵੰਤ ਮਾਨ ਜੀ ਦੇ ਹੱਥ ਵਿੱਚ ਕਾਰ ਦਾ ਸਟੀਅਰਿੰਗ ਫੜਾਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਾਰ ਚਲਾਣੀ ਕਿੱਦਾਂ। ਇਹ ਜਿਹੜੀ ਸਿਆਸਤ ਦੀ ਕਾਰ ਹੈ, ਰਾਜਨੀਤੀ ਦੀ ਕਾਰ ਹੈ, ਇਹਨੂੰ ਚਲਾਉਣ ਲਈ ਰਾਜਨੀਤਿਕ ਸੂਝ ਸਮਝ ਸੋਚ ਚਾਹੀਦੀ ਹੈ, ਜਿਹੜੀ ਕਿ ਸਾਨੂੰ ਅੱਜ ਤੱਕ ਪੰਜਾਬ ਸਰਕਾਰ ਤੋਂ ਨਜ਼ਰ ਨਹੀਂ ਆਈ। ਇਹ ਕੰਮ ਪਿੱਛੋਂ ਕਰਦੇ ਨੇ, ਅਖਬਾਰਾਂ 'ਚ ਇਸ਼ਤਿਹਾਰ ਪਹਿਲਾਂ ਦੇ ਦਿੰਦੇ ਨੇ। ਇਹਨਾਂ ਦੇ ਇਸ਼ਤਿਹਾਰ ਦੇਣ ਦਾ ਹੀ ਰਿਜ਼ਲਟ ਨਿਕਲਿਆ ਸਿੱਧੂ ਮੂਸੇਵਾਲਾ ਜੀ ਦਾ ਮਰਡਰ। ਅੱਜ ਲਾਅ ਐਂਡ ਆਰਡਰ ਦੀ ਪੋਜੀਸ਼ਨ ਐਡੀ ਮਾੜੀ ਹੋਈ ਹੈ ਕਿ ਜੇਕਰ ਇਹਨਾਂ ਨੇ ਸਿੱਧੂ ਮੂਸੇਵਾਲਾ ਜੀ ਦੀ ਸਿਕਿਉਰਿਟੀ ਵਿਡਰਾ ਕੀਤੀ 28 ਤਰੀਕ ਨੂੰ, 29 ਨੂੰ ਉਹਨਾਂ ਦਾ ਮਰਡਰ ਹੋਇਆ, 30 ਤਰੀਕ ਨੂੰ ਫੇਰ ਸਾਰਿਆਂ ਦੀ ਸਿਕਿਉਰਿਟੀ ਇਹਨਾਂ ਨੇ ਬਹਾਲ ਕਰਤੀ। ਅੱਜ ਤੱਕ ਇਸ ਗੱਲ ਦੀ ਇਨਕੁਆਇਰੀ ਨਹੀਂ ਹੋਈ ਕਿ ਉਹ ਆਰਡਰ ਕਿਹਨੇ ਜਾਰੀ ਕੀਤੇ ਸਿਕਿਉਰਿਟੀ ਵਿਡਰਾ ਕਰਨ ਦੇ ਔਰ ਸਿਕਿਉਰਿਟੀ ਬਹਾਲ ਕਰਨ ਦੇ ਆਰਡਰ ਕਿਹਨੇ ਕੀਤੇ। ਉਸ ਮਸਲੇ ਨੂੰ ਵੀ ਅੱਜ ਤੱਕ ਇਹਨਾਂ ਨੇ ਬੰਦ ਬਰਤਨ 'ਚ ਰੱਖਿਆ ਹੋਇਆ ਹੈ। ਉਸ ਮਸਲੇ ਨੂੰ ਕੱਢਣ ਜਿਹੜਾ ਜ਼ਿੰਮੇਵਾਰ ਬੰਦਾ ਹੈ, ਉਹਨੂੰ ਉਹਦੀ ਜ਼ਿੰਮੇਵਾਰੀ, ਗੈਰ ਜ਼ਿੰਮੇਵਾਰੀ ਦੀ ਸਜ਼ਾ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ ਜੀ। ਇਸ ਮਸਲੇ ਤੇ ਵੀ ਅਸੀਂ ਗੱਲ ਕਰਾਂਗੇ। ਜਿਹੜਾ ਸਵਾਲ ਤੁਸੀਂ ਚੱਕਿਆ ਆਪਾਂ ਜਵਾਬ ਲੈ ਲੈਂਦੇ ਹਾਂ ਕਮਲ ਜੀ ਤੋਂ ਉਹਨਾਂ ਦਾ। ਕਮਲ ਜੀ, ਇਹਨਾਂ ਨੇ ਇੱਕ ਸਵਾਲ ਚੱਕਿਆ ਕਿ ਜੇ ਦੋਵੇਂ ਧਿਰਾਂ ਕਹਿੰਦੀਆਂ ਕਿ ਅਸੀਂ ਠੀਕ ਹਾਂ, ਤਾਂ ਦੋਵੇਂ ਧਿਰਾਂ ਹਜੇ ਤੱਕ ਕੋਰਟ ਦੇ ਵਿੱਚ ਕਿਉਂ ਨਹੀਂ ਗਈਆਂ ਤਾਂ ਕਿ ਜਲਦੀ ਇਸ ਮਾਮਲੇ ਦਾ ਨਿਪਟਾਰਾ ਕਰਕੇ ਕਿਸੇ ਵੀਸੀ ਦੀ ਨਿਯੁਕਤੀ ਕੀਤੀ ਜਾ ਸਕੇ? ਬਿਲਕੁਲ, ਮੈਂ ਇਹ ਗੱਲ ਪਹਿਲਾਂ ਹੀ ਕਿਹਾ ਕਿ ਇਸ ਤਰ੍ਹਾਂ ਦਾ ਸੇਮ ਮਸਲਾ ਵੈਸਟ ਬੰਗਾਲ ਦੇ ਵਿੱਚ ਕੈਲਕਟਾ ਯੂਨੀਵਰਸਿਟੀ ਦੇ ਵਿੱਚ ਆਇਆ ਸੀਗਾ ਤੇ ਉਹ ਸੁਪਰੀਮ ਕੋਰਟ ਗਏ ਸੀ। ਤਾਂ ਇਹ ਚੀਜ਼ ਡੈਫੀਨੇਟਲੀ ਆ, ਇਹ ਕੱਲ ਮੁੱਦਾ ਬਾਹਰ ਨਿਕਲ ਕੇ ਪਰਸੋਂ ਆਉਂਦਾ ਹੈ ਤਾਂ ਆਫਟਰ ਆਲ ਇਹਦਾ ਕੋਈ ਨਾ ਕੋਈ ਡਿਸੀਜਨ ਤਾਂ ਹੋਏਗਾ ਹੀ, ਚਾਹੇ ਉਹ ਕੋਰਟ ਵੱਲ ਨੂੰ ਹੋਵੇ ਜਾਂ ਕਿਸ ਤਰ੍ਹਾਂ ਵੀ ਹੋਵੇ। ਕਿਉਂਕਿ ਜਿਹੜੀ ਚੀਜ਼ ਦਾ ਮਤਲਬ ਆਪਾਂ ਦੇਖਿਆ ਕਿ ਅਸੰਵਿਧਾਨਿਕ ਜਿਹੜੀਆਂ ਅਪਾਇੰਟਮੈਂਟ ਨੇ। ਫਿਰ ਅਗਲੀ ਗੱਲ, ਜਿਵੇਂ ਫਰੀਦਕੋਟ ਯੂਨੀਵਰਸਿਟੀ ਦੇ ਵਿੱਚ 3 ਦਾ ਪੈਨਲ ਦੇਣਾ ਜ਼ਰੂਰੀ ਹੁੰਦਾ ਹੈ, ਤਾਂ ਉਹਦੇ ਵਿੱਚ ਇੱਥੇ ਕੁਝ ਵੀ ਉਹ ਜਿਹੜਾ ਵਾ ਨਹੀਂ ਕੀਤਾ ਗਿਆ, ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਡਰਾਬੈਕ ਤਾਂ ਹੈਗੇ ਨੇ ਨਾ। ਤਾਂ ਜਿਹੜੇ ਇਹਨਾਂ ਨੂੰ ਮਤਲਬ ਆ ਉਹ ਕੋਰਟ ਵੱਲ ਦਾ ਰਸਤਾ ਤਾਂ ਦੇਣਗੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜੀ ਚੀਜ਼ ਜਿਸ ਢੰਗ ਨਾਲ ਹੋਣੀ ਆ, ਜੇਕਰ ਅਸੀਂ ਕਹਿੰਦੇ ਆ ਕਿ ਅਸੀਂ ਡਾਕਟਰ ਅੰਬੇਦਕਰ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਕਹਿੰਦੇ ਆ ਕਿ ਅਸੀਂ ਆਪਣੀ ਸਥਾਪਤੀ ਕੀਤੀ ਆ, ਤਾਂ ਉਹ ਜਿਹੜੀ ਸਥਾਪਤੀ ਉਹਨਾਂ ਰਾਹਾਂ ਦੇ ਥਾਣੀ ਹੀ ਲੰਘੇਗੀ। ਇਸ ਚੀਜ਼ ਤੋਂ ਆਪਾਂ ਇਨਕਾਰੀ ਨਹੀਂ ਹੋ ਸਕਦੇ। ਮੈਂ ਇੱਕ ਗੱਲ ਹੋਰ ਵੀ ਇੱਥੇ ਨਾਲ ਜੋੜਨਾ ਚਾਹੁੰਦੀ ਹਾਂ ਕਿ 1 ਸਾਲ ਤੋਂ ਜਦੋਂ ਵੀਸੀ ਦੀ ਪੋਸਟ ਖਾਲੀ ਪਈ ਸੀ ਤਾਂ ਬੋਰਡ ਨੇ ਉਹਨੂੰ 2 ਮਹੀਨਿਆਂ ਦੇ ਵਿੱਚ ਭਰਨਾ ਹੁੰਦਾ ਵਾ, ਲੇਕਿਨ ਜਦੋਂ ਇਹ ਸਾਰਾ ਕੁਝ ਨਹੀਂ ਹੁੰਦਾ ਤਾਂ 7 ਮਹੀਨੇ ਹੋ ਗਏ ਨੇ ਨਵੀਂ ਸਰਕਾਰ ਬਣੀ ਨੂੰ। ਤਾਂ ਉਸ ਤੋਂ ਪਹਿਲਾਂ ਦੇ ਕਾਂਗਰਸ ਦੇ ਵੇਲੇ ਦਾ ਇਹ ਸਾਰਾ ਸਿਸਟਮ ਚੱਲਦਾ ਪਿਆ ਵਾ। ਤਾਂ ਮੇਰੇ ਜਿਹੜੇ ਹਮਰੁਤਬਾ ਵਿਨੋਦ ਭਾਰਤੀ ਜੀ ਜਦੋਂ ਗੱਲ ਕਰਦੇ ਪਏ ਨੇ, ਜਦੋਂ ਕਾਂਗਰਸ ਦਾ ਆਪਾਂ ਕਹਿੰਦੇ ਆ ਕਿ ਪਿਛਲੇ 70-75 ਸਾਲ ਦਾ ਇਤਿਹਾਸ ਜਿਹੜਾ ਵਾ ਉਹ ਜਦੋਂ ਤੁਰਦਾ ਆਉਂਦਾ ਵਾ ਕਿ ਇਹਨਾਂ ਨੇ ਕਾਫੀ ਲੰਬਾ ਸਮਾਂ ਜਿਹੜਾ ਵਾ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਰਾਜ ਕੀਤਾ ਵਾ। ਤੇ ਜਿਹੜੀ ਸਿੱਖਿਆ ਦੀ ਸਥਿਤੀ ਸੀਗੀ, ਜਿਹੜੀਆਂ ਗੱਲਾਂ ਹੁਣ ਮੈਂ ਕਹਿੰਦੀ ਕਿ ਸ਼ਾਇਦ ਇਹ ਸਾਰੀਆਂ ਗੱਲਾਂ ਤਾਂ ਕਰਕੇ ਬਾਹਰ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਸੋਸ਼ਲ ਮੀਡੀਆ ਲੋਕਾਂ ਦੇ ਹੱਥਾਂ ਦੇ ਵਿੱਚ ਆ ਔਰ ਹਰ ਇੱਕ ਚੀਜ਼ ਜਿਹੜੀ ਆ ਉਹ ਮਿੰਟ ਬਾਏ ਮਿੰਟ ਲੋਕਾਂ ਦੇ ਉੱਤੇ, ਜਿਸ ਤਰ੍ਹਾਂ 1 ਮਿੰਟ ਬੁੱਕ ਬਣਦੀ ਆ ਨਾ, ਉਹ ਲੋਕਾਂ ਦੇ ਹੱਥਾਂ 'ਚ ਜਾ ਰਹੀ ਆ। ਔਰ ਥੈਂਕਸ ਗੋਡ ਫॉर द ਡਿਵੈਲਪਮੈਂਟ ਆਫ ਦ ਇੰਟਰਨੈਟ ਕਿ ਇਹ ਚੀਜ਼ ਲੋਕਾਂ ਨੂੰ ਸਮਝ ਆਉਣ ਲੱਗੀ ਆ, ਤਾਂ ਇਹ ਹਰ ਇੱਕ ਗੱਲਾਂ ਜਿਹੜੀਆਂ ਨੇ ਉਹ ਨੋਟਿਸ ਦੇ ਵਿੱਚ ਆਉਣ ਲੱਗ ਪਈਆਂ ਨੇ। ਤੁਸੀਂ ਦੇਖੋ, ਜਦੋਂ ਤੱਕ ਇਹ ਸਹੀ ਨਹੀਂ ਸੀਗਾ ਤਾਂ ਪਿਛਲੇ 70 ਸਾਲ ਦੀ ਸਿਆਸਤ ਨੇ ਭਾਰਤ ਨੂੰ ਕਿੱਥੇ ਤੱਕ ਲੈ ਕੇ ਆਂਦਾ ਹੋਊਗਾ ਕਿ ਕੀ ਹੁੰਦਾ ਹੋਊਗਾ ਜਦੋਂ ਕਿਸੇ ਨੂੰ ਕੋਈ ਤੀਜੇ ਧਿਰ ਕਿਸੇ ਕੰਨ 'ਚ ਕੋਈ ਖਬਰ ਹੀ ਨਹੀਂ ਸੀ ਹੁੰਦੀ ਹੋਣੀ। ਕਿੰਨਾ ਵੱਡਾ ਸਕੈਮ, ਕਿੰਨੇ ਵੱਡੇ ਘੁਟਾਲੇ, ਕਿੰਨਾ ਵੱਡਾ ਸਿਸਟਮ ਜਿਹੜਾ ਸੀਗਾ ਉਹ ਇਸ ਢੰਗ ਦਾ ਬਣਾ ਦਿੱਤਾ ਗਿਆ ਸੀਗਾ ਕਿ ਕਿਸੇ ਨੂੰ ਦੂਜੇ ਕੰਨ ਖਬਰ ਹੀ ਨਹੀਂ ਸੀ ਹੁੰਦੀ। ਔਰ ਉਹਦਾ ਹਾਲਾਤ ਇਸ ਤਰ੍ਹਾਂ ਦੇ ਪਹੁੰਚ ਕੇ ਕਿ ਪੰਜਾਬ ਦੀ ਸਥਿਤੀ, ਪੰਜਾਬ ਦੇ ਪਾਣੀ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਜਵਾਨੀ ਅੱਜ ਇਸ ਤਰਾਸਯੋਗ ਸਥਿਤੀ ਦੇ ਉੱਤੇ ਪਹੁੰਚ ਚੁੱਕੀ ਆ
ਕਿ ਤੁਸੀਂ ਦੇਖੋ ਕਿ ਹਰ ਕੋਨਾ ਜਿਹੜਾ ਵਾ ਅੱਜ ਸੁਲਗਦਾ ਨਜ਼ਰ ਆਉਣ ਡਿਆ ਵਾ। ਤਾਂ ਅੱਜ ਹਰ ਪਾਸਿਓਂ ਪੰਜਾਬ ਬਚਾਓ ਦੀਆਂ ਗੱਲਾਂ ਜਿਹੜੀਆਂ ਉਹ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਜ ਤੋਂ ਪਹਿਲਾਂ ਜਦੋਂ ਮੈਂ ਇੱਕ ਚੀਜ਼ ਹੋਰ ਦੇਖਦੀ ਹਾਂ, ਜਦੋਂ ਘਰ ਘਰ ਸਿਲੰਡਰ ਵੰਡਣ ਦੀ ਗੱਲ ਹੁੰਦੀ ਆ ਔਰ ਉਦੋਂ ਆਪਾਂ ਪਿੰਡਾਂ ਤੋਂ ਰਹਿਣ ਵਾਲੇ ਲੋਕ ਆ, ਮੈਂ ਦੇਖਿਆ ਸੀਗਾ ਕਿ ਔਰਤਾਂ ਪਿੰਡਾਂ ਦੇ ਵਿੱਚ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਨ ਜਾਂਦੀਆਂ ਹੁੰਦੀਆਂ ਸੀਗੀਆਂ ਤਾਂ ਕਿ ਉਹਨਾਂ ਨੇ ਰਾਤ ਦੀ ਰੋਟੀ ਪਕਾਉਣੀ ਹੁੰਦੀ ਸੀ। ਅੱਛਾ, ਇਹ ਗੱਲ ਜਦੋਂ ਮੋਦੀ ਸਾਹਿਬ ਆਉਂਦੇ ਨੇ 13-14 ਤੋਂ ਜਦੋਂ ਆਏ ਨੇ, ਉਸ ਤੋਂ ਬਾਅਦ ਜਿਹੜੀ ਆ ਇਹ ਚੇਂਜ ਖਤਮ ਹੋ ਗਈ। ਇੱਕਦਮ ਜਿਹੜੀ ਸੀਗੀ ਇਕਨੋਮੀ ਨੇ ਉਛਾਲ ਲਿਆ, ਹਰ ਇੱਕ ਚੀਜ਼ ਬਦਲ ਗਈ, ਇੰਟਰਨੈਟ ਦਾ ਯੁੱਗ ਆ ਗਿਆ, ਸਮੇਂ ਨੇ ਬੜੀ ਤੇਜ਼ੀ ਦੇ ਨਾਲ ਤਬਦੀਲੀ ਲਈ। ਤੁਸੀਂ ਦੇਖੋ 10 ਸਾਲ ਤੋਂ ਸਮਾਂ ਬੜੀ ਤੇਜ਼ੀ ਦੇ ਨਾਲ ਤਬਦੀਲ ਹੋਇਆ, ਲੇਕਿਨ ਇਹ 10 ਸਾਲ ਦੇ ਵਿੱਚ ਸਮਾਂ ਤੇਜ਼ੀ ਦੇ ਨਾਲ ਤਬਦੀਲ ਕਾਹਦੇ ਕਰਕੇ ਹੋਇਆ? ਪਿਛਲਾ 70 ਸਾਲ ਦਾ ਸਮਾਂ ਜਿਹੜਾ ਸੀਗਾ, ਕੀ ਉਹ ਸਕਸੈਸ ਫਰੀਜ਼ ਹੋ ਗਈ ਸੀਗੀ? ਕੀ ਉਹ ਡਿਵੈਲਪਮੈਂਟ ਫਰੀਜ਼ ਹੋ ਗਈ ਸੀਗੀ? ਅੱਜ ਸੜਕਾਂ ਦੇ ਏਡੇ ਏਡੇ ਲੰਬੇ ਜਾਲ ਵਿਛ ਰਹੇ ਨੇ। ਅੱਜ ਸਾਡੀ ਜਿਹੜੀ ਸਥਿਤੀ ਆ ਇਕਨੋਮੀ ਦੀ, ਅੱਜ ਜਿਹੜੀ ਸਾਡੇ ਟਰੱਕਿੰਗ ਸਿਸਟਮ ਆ, ਅੱਜ ਜਿਹੜੀ ਸਾਡਾ ਵਪਾਰ ਆ, ਉਹ ਅੱਜ ਇੰਨਾ ਸੋਹਣੇ ਤਰੀਕੇ ਦੇ ਨਾਲ ਸਾਡੀਆਂ ਵੱਡੀਆਂ ਵੱਡੀਆਂ ਸੜਕਾਂ, ਚੌੜੇ ਚੌੜੇ ਸਿਸਟਮ ਸਾਡੇ ਕੋਲ ਪਹੁੰਚ ਚੁੱਕੇ ਨੇ। ਸਾਡੀ ਹਰ ਇੱਕ ਚੀਜ਼ ਡਿਵੈਲਪਮੈਂਟ ਦੀ ਲਗਾਤਾਰ ਤੇਜ਼ੀ ਦੀ ਸਥਿਤੀ ਦੇ ਉੱਤੇ ਆ। ਪਿਛਲੇ 10 ਸਾਲ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਕਨੋਮੀ ਦੇ ਵਿੱਚ ਸਾਨੂੰ ਬਦਲਾਅ ਦੇਖਣ ਨੂੰ ਮਿਲਿਆ, ਭਾਵੇਂ ਕਿ ਮਹਿੰਗਾਈ ਜਿਹੜੀ ਆ, ਡੈਫੀਨੇਟਲੀ ਇਹ ਗੱਲ ਕਰਨਗੇ ਮਹਿੰਗਾਈ ਦੇਖੋ ਕਿੱਥੇ ਚਲੇਗੀ। ਜਦੋਂ ਤੁਸੀਂ ਇਕਨੋਮੀ ਦੀ ਡਿਵੈਲਪਮੈਂਟ ਕਰਨੀ ਆ ਤਾਂ ਡੈਫੀਨੇਟਲੀ ਉਹਦਾ ਕਿਤੇ ਨਾ ਕਿਤੇ ਤੇ ਚੀਜ਼ਾਂ 'ਚ ਫਰਕ, ਅਪਸ ਐਂਡ ਡਾਊਨਸ ਕਿਤੇ ਨਾ ਕਿਤੇ ਤਾਂ ਹੋਣਾ ਹੀ ਆ। ਲੇਕਿਨ ਅੱਜ ਜਿੰਨੀ ਲੋਕਾਂ ਦੀ ਪਰ ਕੈਪੀਟਾ ਇਨਕਮ ਦੇ ਹਿਸਾਬ ਦੇ ਨਾਲ ਸਥਿਤੀ ਹੈ, ਅੱਜ ਕੋਈ ਵੀ ਘੱਟੋ ਘੱਟ ਅਸੀਂ ਇਹ ਦੇਖੀਏ ਤਾਂ ਇੰਡੀਆ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਭਾਵੇਂ ਕਿ ਅੱਜ ਜਿਹੜਾ ਹੰਗਰ ਇੰਡੈਕਸ ਨੇ ਗਲਤ ਅੰਕੜੇ ਪੇਸ਼ ਕਰਕੇ ਭਾਰਤ ਦੀ ਸਥਿਤੀ ਨੂੰ ਗਲਤ ਕਰਾਰ ਦਿੱਤਾ ਵਾ, ਔਰ ਉਹਦੇ ਤੇ ਅਸੀਂ ਲੋਕ ਬਿਲਕੁਲ ਇਸ ਚੀਜ਼ ਦੇ ਪ੍ਰਤੀ ਜਦੋਂ ਆਪਾਂ ਘਰਾਂ ਦੇ ਵਿੱਚ ਜਾਂਦੇ ਆ, ਜਦੋਂ ਆਪਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਦੇਖਦੇ ਆ, ਅੱਜ ਝੁੱਗੀ ਝੌਂਪੜੀ ਵਾਲਾ ਵੀ ਕੋਈ ਜਿਹੜਾ ਵਾ ਉਹ ਭੁੱਖਾ ਨਹੀਂ ਸੌਂਦਾ। ਤੋ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਨੇ ਦੇਖਣ ਵਾਲੀਆਂ। ਲੇਕਿਨ ਜੇਕਰ 10 ਸਾਲ ਦੇ ਵਿੱਚ ਮੋਦੀ ਸਾਹਿਬ ਦੇ ਆਉਣ ਦੇ ਨਾਲ ਇੰਨੀ ਵੱਡੀ ਇਕਨੋਮੀ ਦੇ ਵਿੱਚ ਤਬਦੀਲੀ ਆਉਂਦੀ ਆ, ਪਿਛਲਾ 70 ਸਾਲ ਕੀ ਅਸੀਂ ਸੁੱਤੇ ਹੋਏ ਸੀਗੇ? ਕੀ ਕਾਂਗਰਸ ਸੁੱਤੀ ਹੋਈ ਸੀਗੀ? ਤੋ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਕਿਤੇ ਨਾ ਕਿਤੇ ਸਾਨੂੰ ਤਲਾਸ਼ਣਾ ਚਾਹੀਦਾ ਵਾ। ਜਿਹੜੇ ਲੋਕ ਕੁਰਸੀਆਂ ਦੇ ਉੱਤੇ ਕਾਬਜ਼ ਸਨ, ਕਿ ਆਖਰ ਉਹਨਾਂ ਨੇ ਸਕੈਮ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਔਰ ਉਹ ਸਕੈਮ ਦੇਖੋ, ਅੱਜ ਸਾਡੇ ਪੰਜਾਬ ਦੀ ਜਾਂ ਭਾਰਤ ਦੀ ਸਥਿਤੀ ਨੂੰ ਅਸੀਂ ਜਦੋਂ ਆਪਾਂ ਦੇਖਦੇ ਹਾਂ, ਐਜੂਕੇਸ਼ਨ ਦੀ ਸਥਿਤੀ ਪਿਛਲੇ 70 ਸਾਲਾਂ ਦੇ ਵਿੱਚ ਕਿੱਥੇ ਸੀਗੀ? ਆ 10 ਸਾਲਾਂ ਦੇ ਵਿੱਚ ਉਛਾਲ ਇਸ ਤਰ੍ਹਾਂ ਦਾ ਨਿਕਲ ਗਿਆ ਕਿ ਹਰ ਇੱਕ ਚੀਜ਼ ਲੋਕਾਂ ਦੇ ਹੱਥਾਂ ਦੇ ਵਿੱਚ ਆ ਚੁੱਕੀ ਆ। ਤੋ ਮਤਲਬ ਸਾਨੂੰ ਇਹਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਕੇ ਜ਼ਰੂਰ ਦੇਖਣਾ ਚਾਹੀਦਾ। ਸਿਰਫ ਐਵੇਂ ਉਹੀ ਮਤਲਬ ਮਾੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਬੀਜੇਪੀ ਨਹੀਂ ਕੁਝ ਨਹੀਂ ਕਰ ਰਹੀ ਜਾਂ ਦੂਜਾ ਤੀਜਾ ਕੁਝ ਨਹੀਂ ਕਰ ਰਿਹਾ। ਤਾਂ ਹੁਣ ਜਿਸ ਤਰ੍ਹਾਂ ਦੇਖੋ ਅਖਬਾਰਾਂ ਦੇ ਵਿੱਚ 70:7 ਮਹੀਨੇ, ਤਾਂ ਤੁਸੀਂ ਇਹ ਦੇਖੋ, ਜੇਕਰ ਮੈਂ ਇਹ ਕਹਾਂ 70:7 ਮਹੀਨੇ 70 ਸਾਲ ਵਿਦ ਕਾਂਗਰਸ, ਤਾਂ ਕਿੱਡਾ ਵੱਡਾ ਗੈਪ ਜਿਹੜਾ ਵਾ ਉਸ ਅਨੁਪਾਤ ਦਾ ਪਤਾ ਨਹੀਂ ਕਿੰਨੀਆਂ ਕੁ ਜ਼ੀਰੋਆਂ ਲੱਗ ਕੇ ਕਾਂਗਰਸ ਕਿੱਥੇ ਚਲੇ ਜਾਂਦੀ ਹੈ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਨੋਟਿਸ ਕਰਨ ਵਾਲੀਆਂ ਨੇ। ਅੱਜ ਲੋਕਾਂ ਦੇ ਦਿਮਾਗ ਜਿਹੜੇ ਨੇ ਉਹ ਖੁੱਲ ਚੁੱਕੇ ਨੇ। ਪਹਿਲਾਂ ਵਰਗੀ ਸਿਆਸਤ ਨਹੀਂ ਰਹਿ ਗਈ ਕਿ ਲੋਕਾਂ ਨੂੰ ਤੁਸੀਂ ਜਿੰਨਾ ਮਰਜ਼ੀ ਠੱਗ ਲਓ। ਕਾਂਗਰਸ ਨੇ ਹੁਣ ਤੱਕ ਕੀਤਾ ਵੀ ਕੁਛ ਨਹੀਂ ਆ, ਸਵਾਏ ਲੋਕਾਂ ਦੇ ਵਿੱਚ ਗਲਤ ਮਤਲਬ ਜਿੰਨਾ ਕਿਹਾ ਗਰੀਬੀ ਖਤਮ ਕਰੋ, ਜਿੰਨਾ ਕਿਹਾ ਗਰੀਬੀ ਖਤਮ ਕਰੋ, ਅਦਰਵਾਈਜ਼ ਗਰੀਬ ਹੀ ਖਤਮ ਹੁੰਦੇ ਗਏ, ਗਰੀਬੀ ਤਾਂ ਖਤਮ ਨਹੀਂ ਹੋਈ ਇਹਨਾਂ ਕੋਲੋਂ। ਇਹ ਚੀਜ਼ ਸੱਚ ਹੈ ਔਰ ਇਹ ਚੀਜ਼ ਸਾਨੂੰ ਮੰਨਣੀ ਪਊਗੀ। ਅੱਜ ਜੇਕਰ ਹਰ ਬੰਦਾ ਸੁਖਾਵੀਂ ਰੋਟੀ ਖਾਣ ਦੇ ਕਾਬਿਲ ਹੋਇਆ ਵਾ ਨਾ, ਤਾਂ that is because of the BJP ਗਵਰਨਮੈਂਟ, ਕਿਉਂਕਿ ਉਹਨਾਂ ਨੇ ਜਦੋਂ ਹਰ ਇੱਕ ਵਿਸ਼ੇ ਨੂੰ ਡਿਜੀਟਲਾਈਜ਼ ਕਰ ਦਿੱਤਾ, ਉਹਨਾਂ ਨੇ ਹਰ ਪੇਮੈਂਟ ਟ੍ਰਾਂਜੈਕਸ਼ਨ ਨੂੰ ਡਿਜੀਟਲਾਈਜ਼ ਕਰ ਦਿੱਤਾ। ਉਸ ਡਿਜੀਟਲਾਈਜੇਸ਼ਨ ਦੇ ਨਾਲ ਜਿਹੜਾ ਵਿਚਲਾ ਵਿਚੋਲੀਆ ਸੀ ਉਹਨਾਂ ਨੇ ਖਤਮ ਕਰ ਦਿੱਤਾ। ਸ਼ਾਇਦ ਮੇਰੇ ਹਮਰੁਤਬਾ ਵਿਨੋਦ ਭਾਰਤੀ ਜੀ ਹੋਰਾਂ ਨੂੰ ਚੇਤਾ ਹੋਏਗਾ, ਇੱਕ ਵਾਰੀ ਮਿਸਟਰ ਰਾਜੀਵ ਗਾਂਧੀ ਜੀ ਹੋਰਾਂ ਦਾ ਬਿਆਨ ਆਉਂਦਾ ਵਾ ਕਿ ਅਸੀਂ ਉੱਪਰੋਂ 100 ਰੁਪਇਆ ਘੱਲਦੇ ਆ ਤੇ ਨੀਚੇ ਜਾਂਦਾ ਜਾਂਦਾ ਉਹ 10 ਰੁਪਏ ਰਹਿ ਜਾਂਦਾ ਵਾ। ਇਹ ਤੁਹਾਡੀ ਗਵਰਨਮੈਂਟ ਦੇ ਵੇਲੇ ਸੀ, ਕਾਂਗਰਸ ਦੀ ਗਵਰਨਮੈਂਟ। ਵਿਚਲਾ ਕਰਪਸ਼ਨ ਜਿਹੜਾ ਸੀਗਾ 90 ਰੁਪਏ ਦਾ, ਉਹ ਸਾਰਾ ਆਫੀਸ਼ੀਏਟਿੰਗ ਢਿੱਡਾਂ ਦੇ ਵਿੱਚ ਜਾਂਦਾ ਸੀ। ਲੇਕਿਨ ਇਸ ਚੀਜ਼ ਨੂੰ ਮੋਦੀ ਜੀ ਨੇ ਖਤਮ ਕੀਤਾ ਔਰ ਵਰਲਡ ਲੈਵਲ ਦੇ ਉੱਤੇ ਜਿਹੜੀ ਇਹ ਡਿਜੀਟਲਾਈਜ਼ ਟ੍ਰਾਂਜੈਕਸ਼ਨਸ ਨੇ ਨਾ, ਇਹਨੂੰ ਦੁਨੀਆ ਨੇ ਮੰਨਿਆ, ਇਹਨੂੰ ਜੋ ਬਾਈਡਨ ਸਾਹਿਬ ਨੇ ਮੰਨਿਆ ਔਰ ਉਹਨਾਂ ਨੇ ਮੋਦੀ ਸਾਹਿਬ ਦੇ ਇਸ ਸਾਰੇ ਸਿਸਟਮ ਨੂੰ, ਉਹਨਾਂ ਦੀ ਦੂਰਅੰਦੇਸ਼ੀ ਨੂੰ ਉਹਨਾਂ ਨੇ ਈਵਨ ਕਿ ਮਤਲਬ ਇੰਨਾ ਕੁ ਸਲਾਇਆ ਕਿ ਅੱਜ ਉਸ ਵਜ੍ਹਾ ਕਰਕੇ ਜੇਕਰ ਉਤੋਂ ਮੋਦੀ ਸਾਹਿਬ 1000 ਰੁਪਇਆ ਭੇਜਦੇ ਨੇ ਨਾ, ਤਾਂ ਥੱਲੇ ਇੱਕ ਜਿਹੜਾ ਨਰੇਗਾ ਦਾ ਬੰਦਾ ਵਾ, ਜਿਹੜਾ ਕਿਸਾਨ ਆ, ਜਿਹੜਾ ਇੱਕ ਮਜ਼ਦੂਰ ਵਰਗ ਆ, ਇੱਕ ਬੀਬੀ ਭੈਣ ਜਿਹੜੀ ਮਜ਼ਦੂਰ ਆ, ਉਹਦੇ ਖਾਤੇ ਦੇ ਵਿੱਚ ਉਹ ਬਕਾਇਦਾ 1000 ਉੱਤੋਂ ਤੁਰਦਾ ਤੇ 1000 ਥੱਲੇ ਉਹਦੇ ਖਾਤੇ 'ਚ ਆਉਂਦਾ ਵਾ। ਤਾਂ ਕਿੰਨੀ ਵੱਡੀ ਇਹ ਰਿਫਾਰਮ ਹੋਇਆ ਵਾ, ਦੇਖੋ ਤੁਸੀਂ ਇਕਨੋਮੀ ਦੇ ਵਿੱਚ।
ਤੋ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਸਮਾਂ ਲੱਗੂਗਾ, ਪਿਛਲੇ 70 ਸਾਲ ਦੀ ਥਕਾਵਟ ਤੋਂ ਉੱਭਰਿਆ ਭਾਰਤ ਜਦੋਂ ਹੁਣ ਇਸ ਸਾਰੇ ਸਿਸਟਮ 'ਚ ਅੰਗੜਾਈ ਲੈਂਦਾ ਪਿਆ ਵਾ, ਤਾਂ ਕੁਛ ਤਾਂ ਸਮਾਂ ਲੱਗੂਗਾ ਨਾ ਇਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਉਹ ਕਲੀਅਰ ਕਰਨ ਵਾਸਤੇ। ਤੋ ਜਿੱਥੇ ਭਗਵੰਤ ਮਾਨ ਜੀ ਬਕਾਇਦਾ ਤੌਰ ਦੇ ਉੱਤੇ ਬੇਲੋੜਾ ਵਿਵਾਦ ਪੰਜਾਬ ਦੇ ਵਿੱਚ ਵਿਦ ਰਾਜਪਾਲ ਜੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਇਦਾਂ ਨਹੀਂ ਕਰਨਾ ਚਾਹੀਦਾ। ਬਿਕੋਜ਼ ਜੇਕਰ ਸੈਂਟਰ ਤੇ ਸਟੇਟ ਜਿਹੜੀਆਂ ਨੇ ਅਗਰ ਉਹ ਅੱਛੇ ਰਿਸਪੈਕਟੇਬਲ ਪੋਜੀਸ਼ਨ ਤੇ ਕੰਮ ਕਰਨ, ਕੋਆਪਰੇਸ਼ਨ ਪੋਜੀਸ਼ਨ ਦੇ ਨਾਲ ਕੰਮ ਕਰਨ, ਤੇ ਰਾਜ ਜਿਹੜਾ ਵਾ ਉਹ ਬੇਤੁਕੀ ਰਾਜਨੀਤੀ ਦੇ ਵਿੱਚੋਂ ਨਿਕਲ ਕੇ ਸਫਲਤਾ ਦੇ ਵੱਲ ਨੂੰ ਵੀ ਜਾ ਸਕਦਾ ਵਾ। ਤੋਂ ਮੇਰਾ ਇੰਨਾ ਕਹਿਣਾ ਸੀ। ਉਹਦੇ ਵਿੱਚ ਵੀ ਸਾਫ਼ ਨਜ਼ਰ ਆਉਂਦਾ ਹੈ ਕਿ ਸਰਕਾਰਾਂ ਨੇ ਕੰਮ ਨਹੀਂ ਕੀਤਾ, ਇਹ ਤਾਂ ਸਾਨੂੰ ਪਤਾ ਹੈ। ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਇੱਕ ਦੂਜੇ ਤੇ ਆਰੋਪ ਲਗਾਏ ਆ, ਉਹ ਵੀ ਹਮੇਸ਼ਾ ਤੋਂ ਚੱਲਦਾ ਆ ਰਿਹਾ। ਔਰ ਅੱਜ ਮੇਨ ਮੁੱਦਾ ਜੋ ਹੈ, ਇੱਕ ਮਿੰਟ ਪਾਪੀ ਜੀ, ਆਰੋਪ ਲਗਾਉਣ ਦਾ ਕੰਮ ਉਦੋਂ ਤੱਕ ਜਾਇਜ਼ ਹੈ ਜਦੋਂ ਤੱਕ ਲੋਕ ਨਹੀਂ ਜਾਗੇ ਜੀ। ਅੱਜ ਲੋਕ ਜਾਗ ਚੁੱਕੇ ਨੇ, ਤੁਸੀਂ ਝੂਠੇ ਆਰੋਪਾਂ ਦੇ ਨਾਲ ਬਚ ਨਹੀਂ ਸਕਦੇ। ਅੱਜ ਸੱਚ ਸਾਹਮਣੇ ਆ ਔਰ ਤੁਹਾਨੂੰ ਸੱਚ ਹੀ ਪੇਸ਼ ਕਰਨਾ ਚਾਹੀਦਾ ਵਾ, ਨਹੀਂ ਤਾਂ ਲੋਕ ਜਵਾਬਦੇਹੀ ਕਰਨਗੇ ਤੁਹਾਨੂੰ। ਬਿਲਕੁਲ ਬਿਲਕੁਲ, ਤੁਹਾਨੂੰ ਸੱਚ ਹੀ ਬੋਲਣਾ ਪਊਗਾ। ਔਰ ਅੱਜ ਦੇ ਇੰਟਰਨੈਟ ਦੇ ਦੌਰ ਦੇ ਵਿੱਚ, ਪੰਜਾਬ ਦੇ ਵਿੱਚ ਹੋਵੇ, ਦੇਸ਼ ਦੇ ਕਿਸੇ ਵੀ ਕੋਨੇ 'ਚ ਹੋਵੇ, ਦੁਨੀਆ ਦੇ ਕਿਸੇ ਵੀ ਕੋਨੇ 'ਚ ਅਸੀਂ ਸਾਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਕਿਹੜੀ ਜਗ੍ਹਾ ਕੀ ਹੋ ਰਿਹਾ, ਸਰਕਾਰਾਂ ਕੀ ਕਰ ਰਹੀਆਂ। ਤੇ ਅੱਜ ਦੀ ਤਾਰੀਖ ਦੇ ਵਿੱਚ ਜੋ ਮਸਲਾ ਬਣਿਆ ਹੋਇਆ, ਯੂਨੀਵਰਸਿਟੀਆਂ ਦੇ ਵੀਸੀ ਅਪਾਇੰਟ ਨਹੀਂ ਕੀਤੇ ਜਾ ਰਹੇ, ਸਟੂਡੈਂਟਸ ਦੀ ਕਿੰਨੀ ਕੁ ਪੜ੍ਹਾਈ ਦਾ ਕਿੰਨਾ ਕੁ ਫਰਕ ਪਊਗਾ, ਕਿਉਂਕਿ PhD ਸਕਾਲਰਸ ਬਹੁਤ ਹੋਣਗੇ, ਕਿੰਨੇ ਕੰਮ ਹੋਣਗੇ ਯੂਨੀਵਰਸਿਟੀਜ਼ ਦੇ ਜਿਹੜੇ ਰੁਕੇ ਹੋਣਗੇ ਵੀਸੀ ਨਾ ਹੋਣ ਦੇ ਕਰਕੇ, ਤੇ ਕਿੰਨੇ ਫੰਡਸ ਹੋਣਗੇ ਜਿਹੜੇ ਆਉਂਦੇ ਆ ਯੂਨੀਵਰਸਿਟੀ ਦੇ ਕੋਲ ਅਵੇਲੇਬਲ ਹੁੰਦੇ ਆ ਪਰ ਉਹ ਯੂਜ਼ ਨਹੀਂ ਕੀਤੇ ਜਾ ਸਕਦੇ ਕਿਉਂਕਿ ਵੀਸੀ ਅਵੇਲੇਬਲ ਨਹੀਂ ਹੈ। ਤੇ ਇਹ ਜਿਹੜਾ ਨੁਕਸਾਨ ਹੋ ਰਿਹਾ, ਛੋਟੀ ਜੀ ਉਦਾਹਰਨ ਦੱਸਦੀ ਆ। ਲਾਸਟ ਵੀਕ ਆਈ ਵਿਜ਼ਿਟਡ ਟੂ ਅ ਮੈਰਿਜ, ਤੇ ਉੱਥੇ ਮੈਨੂੰ ਇੱਕ ਬੱਚਾ ਮਿਲਿਆ ਜਿਨ੍ਹਾਂ ਨੇ ਤਹਿਸੀਲਦਾਰ ਦਾ ਪੇਪਰ ਦਿੱਤਾ ਸੀਗਾ, ਔਰ ਉਹਨਾਂ ਨੇ ਮੈਨੂੰ ਦੱਸਿਆ, ਦੇਖੋ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਮ ਤਹਿਸੀਲਦਾਰ ਦਾ ਜਿਹੜਾ ਪੇਪਰ ਹੋਇਆ ਉਸ ਬੰਦੇ ਨੂੰ ਅਪਾਇੰਟ ਕੀਤਾ ਗਿਆ ਜਿਹੜਾ ਪਿਛਲੇ 2 ਅੱਛੇ ਰਿਸਪੈਕਟੇਬਲ ਟੈਸਟ ਦੇ ਵਿੱਚੋਂ 0 ਰਿਹਾ ਜੀ। ਔਰ ਇਹਨਾਂ ਨੇ ਜਦੋਂ ਤਹਿਸੀਲਦਾਰ ਲਾਏ, ਇੱਕੋ ਹੀ ਕਮਰੇ ਮਾਨਸੇ ਦੇ ਵਿੱਚੋਂ ਸਾਰੇ ਚੁੱਕ ਕੇ ਲਾ ਦਿੱਤੇ। ਤਾਂ ਇਹ ਸਾਰਾ ਕੁਝ ਜਿਹੜਾ ਵਾ ਗੈਰ ਸੰਵਿਧਾਨਿਕ ਹੋ ਰਿਹਾ। ਜਿੰਨੀਆਂ ਵੀ ਅਪਾਇੰਟਮੈਂਟਸ ਹੋ ਰਹੀਆਂ ਨੇ ਅੱਜ ਆਪ ਗਵਰਨਮੈਂਟ ਦੇ ਵਿੱਚ, ਉਹ ਸਾਰੀਆਂ ਦੀਆਂ ਸਾਰੀਆਂ ਗੈਰ ਸੰਵਿਧਾਨਿਕ ਨੇ। ਔਰ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਨਾ, ਇਹ ਇੱਕ ਜਾਂਚ ਦਾ ਵਿਸ਼ਾ ਵਾ। ਇਹ ਜਾਂਚ ਦੇ ਘੇਰੇ ਦੇ ਵਿੱਚ ਆਉਣੀਆਂ ਹੀ ਨੇ, ਅੱਜ ਆ ਜਾਣ ਕੱਲ ਆ ਜਾਣ ਜੀ, ਕਿਉਂਕਿ ਜਦੋਂ ਸਾਰੀਆਂ ਅਪਾਇੰਟਮੈਂਟ ਸੰਵਿਧਾਨਿਕ ਨਹੀਂ ਨੇ ਤਾਂ। ਹਾਂਜੀ ਵਿਨੋਦ ਭਾਰਤੀ ਜੀ ਗੁੱਸੇ ਹੋ ਰਹੇ ਸੀ, ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਨਾਲ। ਕੁਝ ਕਹਿ ਰਹੇ ਹੋ ਸਰ? ਮੈਂ ਇਹ ਕਹਿ ਰਿਹਾ ਵੀ ਇੱਕੋ ਹੀ ਵਕਤਾਂ ਨੂੰ ਤੁਸੀਂ 47 ਮਿੰਟ ਦੇ ਦਿਓਗੇ ਤਾਂ ਫਿਰ ਕਾਂਗਰਸ ਨੂੰ ਤਾਂ ਬੁਲਾਇਆ ਹੀ ਨਾ ਕਰੋ। ਤੁਸੀਂ ਕਿਉਂ ਬੁਲਾਉਂਦੇ ਹੋ? ਤੁਹਾਨੂੰ ਸਮਝ ਆਇਆ ਜੋ ਜਵਾਬ, ਜੋ ਸਵਾਲ ਹੈਗੇ ਆ, ਜੋ ਜਵਾਬ ਤੁਹਾਡੇ ਤੋਂ ਵੀ ਉਹੀ ਪੁੱਛੇ ਜਾ ਰਹੇ ਆ। ਜੇਕਰ ਮੈਂ ਲਾ ਐਂਡ ਆਰਡਰ ਦੀ ਗੱਲ ਕੀਤੀ ਤਾਂ ਤੁਸੀਂ ਕਿਹਾ ਜੀ ਇਹ ਤਾਂ ਅਲੱਗ ਮੈਟਰ ਹੈ, ਇਹਦੇ ਤੇ ਫਿਰ ਡਿਸਕਸ ਕਰਾਂਗੇ। ਔਰ ਜਿਹੜਾ ਬੀਜੇਪੀ ਦੇ ਪ੍ਰਵਕਤਾ ਨੇ, ਮੇਰੀ ਛੋਟੀ ਭੈਣ ਨੇ, ਇਹਨਾਂ ਨੂੰ ਵੀ ਇਹੀ ਕਿਹਾ ਸਰ, ਇਹਨਾਂ ਨੂੰ ਵੀ ਸੇਮ ਹੀ ਕਿਹਾ ਕਿ ਇਹਨਾਂ ਨੂੰ ਵੀ ਇਹੀ ਕਿਹਾ ਕਿ ਆਰੋਪ ਪ੍ਰਤੀ ਆਰੋਪ ਲੱਗ ਰਹੇ ਆ ਪਰ ਮਸਲਾ ਹੱਲ ਨਹੀਂ ਹੋ ਰਿਹਾ। ਸਮਾਂ ਦੇਣਾ ਹੈ ਕਿੱਦਾਂ ਆ ਗਈ ਸਰ? ਮੈਂ ਸਿੱਧੀ ਮਸਲੇ ਦੀ ਗੱਲ ਕਰ ਰਿਹਾ ਕਿ ਇਹ ਮਸਲਾ ਜਿਹੜਾ ਹੈ ਕਿੰਨਾ ਨੁਕਸਾਨ ਹੋ ਰਿਹਾ ਹੈ। ਤੁਹਾਡੇ ਤੋਂ ਸਵਾਲ ਪੁੱਛ ਰਿਹਾ ਕਿ ਸਟੂਡੈਂਟਸ ਦੀ, ਪੰਜਾਬ ਦੀ ਯੂਨੀਵਰਸਿਟੀ ਦੇ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ। ਸਰ ਸਾਰੇ ਦੇਸ਼ ਵਿੱਚ ਜੀ ਬੀਜੇਪੀ ਨੇ ਕੋਈ ਪਾਲਿਸੀ ਐਸੀ ਨਹੀਂ ਲੈ ਕੇ ਆਂਦੀ ਜਿਹਦੇ ਨਾਲ ਉਹ ਸਟੂਡੈਂਟਸ ਦਾ ਕੋਈ ਫਾਇਦਾ ਹੋ ਸਕੇ। ਹੁਣੇ ਇਹਨਾਂ ਨੇ, ਮੇਰੀ ਛੋਟੀ ਭੈਣ ਨੇ ਗੱਲ ਕੀਤੀ ਕਿ ਜਦੋਂ 70 ਸਾਲ ਚ ਕੁਝ ਨਹੀਂ ਹੋਇਆ, 176 ਲੱਖ ਕਰੋੜ ਦਾ ਜਿਹੜਾ CAG ਸੀਗਾ, ਕੰਟਰੋਲਰ ਅਕਾਊਂਟੈਂਟ ਜਨਰਲ, ਉਹਨੇ 176 ਲੱਖ ਕਰੋੜ ਦਾ ਘੁਟਾਲਾ ਜਿਹੜਾ 2G ਦਾ ਸੀਗਾ ਉਹ ਐਲੀਗੇਸ਼ਨ ਲਗਾਇਆ ਕਾਂਗਰਸ ਪਾਰਟੀ ਤੇ। ਔਰ 2 ਮਿਨਿਸਟਰ ਜਿਹੜੇ ਸੀਗੇ, ਡਾਕਟਰ ਮਨਮੋਹਨ ਸਿੰਘ ਜੀ ਨੇ ਉਹਨਾਂ ਦੇ ਖਿਲਾਫ ਪਰਚਾ FIR ਰਜਿਸਟਰਡ ਕੀਤੀ ਔਰ ਉਹਨਾਂ ਨੂੰ ਜੇਲ੍ਹ 'ਚ ਭੇਜਿਆ। ਔਰ ਉਸ ਤੋਂ ਬਾਅਦ ਕੋਰਟ ਨੇ ਉਹਨਾਂ ਦੋਨਾਂ ਨੂੰ ਕਲੀਨ ਚਿੱਟ ਦਿੱਤੀ ਔਰ 176 ਲੱਖ ਕਰੋੜ ਦਾ 2G ਦਾ ਘੁਟਾਲਾ ਜਿਹੜਾ ਸੀ ਉਹ ਝੂਠਾ ਸਾਬਤ ਹੋਇਆ। ਔਰ ਇਹਨਾਂ ਦੇ CAG ਜਿਹੜੇ ਅੱਜ ਕੱਲ ਮਿਨਿਸਟਰ ਹੈ ਬੀਜੇਪੀ ਦੀ ਮਿਨਿਸਟਰੀ 'ਚ, ਉਹਨਾਂ ਨੇ ਮਾਫੀ ਮੰਗੀ ਹੈ। ਔਰ ਤੁਸੀਂ ਅੱਜ ਘੁਟਾਲਿਆਂ ਦੀ ਗੱਲ ਕਰਦੇ ਹੋ। ਮੈਡਮ ਪੜ੍ਹ ਕੇ ਆਇਆ ਕਰੋ ਤੁਸੀਂ। ਦੂਜੀ ਗੱਲ, ਇਹ ਕਹਿੰਦੇ ਜੀ ਅਸੀਂ ਬੜੀ ਤਰੱਕੀ ਕੀਤੀ। ਭੁੱਖਮਰੀ ਵਿੱਚ 107 ਨੰਬਰ ਹੈ ਆਪਣਾ ਵਰਲਡ ਵਿੱਚ। ਤਰੱਕੀ ਤੁਸੀਂ ਕਿੱਥੋਂ ਕਰ ਲਈ? ਅਨਐਮਪਲਾਇਮੈਂਟ ਜਿਹੜੀ ਹੈ ਪਿਛਲੇ 43 ਸਾਲ ਦਾ ਰਿਕਾਰਡ ਤੋੜਤਾ। ਬਹੁਤ ਤਰੱਕੀ ਕੀਤੀ। ਔਰ GDP ਰੇਟ ਜਿਹੜਾ ਉਹ ਸਾਡਾ ਡਾਊਨ ਬਾਈ ਡਾਊਨ ਜਾ ਰਿਹਾ ਹੈ। ਸਾਡੀ ਜਿਹੜੀ
ਫੋਰਨ ਕਰੰਸੀ ਦਾ ਸਟਾਕ ਹੈ ਉਹ ਡਾਊਨ ਹੋ ਗਿਆ, ਸਾਡਾ 골ਡ ਦਾ ਸਟਾਕ ਜਿਹੜਾ ਉਹ ਡਾਊਨ ਹੋ ਗਿਆ। ਔਰ ਇਸ ਤੋਂ ਇਲਾਵਾ 12,000 ਕਰੋੜ ਰੁਪਏ ਦਾ ਲੋਨ ਜਿਹੜਾ 9 ਫੈਮਲੀਆਂ ਨੂੰ, ਦੇਸ਼ ਦਾ 73% ਕੈਪੀਟਲ ਜਿਹੜਾ ਉਹ 9 ਫੈਮਲੀਆਂ ਦੇ ਕੋਲ ਹੈ। ਔਰ 12,000 ਕਰੋੜ ਰੁਪਏ ਰਾਈਟ ਆਫ ਕਰਤਾ ਗਿਆ ਉਹਨਾਂ ਦਾ। ਕਿਸੇ ਗਰੀਬ ਦਾ ਲੋਨ ਹੋਵੇ ਉਹਦੇ ਘਰ ਦੀ ਕੁਰਕੀ ਹੋ ਜਾਂਦੀ ਹੈ। ਔਰ 27% ਜਿਹੜੀ ਕੈਪੀਟਲ ਹੈ ਉਹਦੇ ਨਾਲ ਸਾਰਾ ਦੇਸ਼ ਚੱਲ ਰਿਹਾ। ਔਰ 9 ਪਰਿਵਾਰ 73% ਕੈਪੀਟਲ ਨਾਲ ਚੱਲ ਰਹੇ ਨੇ। ਔਰ ਇੱਥੇ ਹੀ ਬਸ ਨਹੀਂ, ਸਾਡਾ ਜਿਹੜਾ ਡਾਲਰ ਹੈ ਉਹ 82 ਰੁਪਏ ਪਾਰ ਕਰ ਗਿਆ। ਔਰ ਉੱਥੇ ਅੱਜ ਸਾਡੀ ਜਿਹੜੀ ਇਕਨੋਮੀ ਹੈ ਕਿੱਥੇ ਖੜੀ ਹੈ? ਸਾਡੇ ਜਿੰਨੀ ਵੀ ਇਹ ਕਹਿੰਦੇ ਜੀ ਵਪਾਰ ਬੜਾ ਵਧਿਆ, ਸਮਾਲ ਸਕੇਲ ਸੈਕਟਰ ਜਿਹੜਾ ਹੈ ਉਹ ਡਾਊਨ ਆਇਆ ਮੈਡਮ। ਉਹ ਸਮਾਲ ਸਕੇਲ ਸੈਕਟਰ ਦੇ ਪੱਲੇ ਅੱਜ ਕੁਝ ਨਹੀਂ ਹੈ। ਬੈਂਕਾਂ ਦੇ ਡਿਫਾਲਟਰਸ ਦੀ ਜਿਹੜੀ ਕਾਊਂਟਿੰਗ ਹੈ ਉਹ ਕਰੋ, ਸਮਾਲ ਸਕੇਲ ਸੈਕਟਰ ਕਿੰਨਾ ਡਿਫਾਲਟਰ ਹੈ। ਇਸ ਲਈ ਐਵੇਂ ਫੋਕੇ ਦਮ ਗਜੇ ਉਹ 70 ਸਾਲਾਂ ਨੂੰ ਭੰਡਣਾ ਇਹ ਵੀ ਕੋਈ ਚੰਗੀ ਗੱਲ ਨਹੀਂ। 70 ਸਾਲ ਚ ਕਿੰਨੇ PSU ਬਣਾਏ, ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ, ਇੰਦਰਾ ਜੀ ਨੇ, ਲਾਲ ਬਹਾਦਰ ਸ਼ਾਸਤਰੀ ਜੀ ਨੇ। ਔਰ ਹਿੰਦੁਸਤਾਨ ਦੀ ਇਕਨੋਮੀ ਦਾ ਬੇੜਾ ਗਰਕ ਹੋ ਗਿਆ ਸੀਗਾ ਜਦੋਂ ਨਰਸਿਮਹਾ ਰਾਓ ਜੀ ਆਏ ਹੈ। ਔਰ ਨਰਸਿਮਹਾ ਰਾਓ ਜੀ ਨੇ ਆ ਕੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਫਾਈਨਾਂਸ ਮਿਨਿਸਟਰੀ ਦੀ ਜ਼ਿੰਮੇਵਾਰੀ ਸੌਂਪੀ। ਔਰ ਉਹਨਾਂ ਨੇ ਜਦੋਂ ਵਰਲਡ ਦੀ ਇਕਨੋਮੀ ਫੇਲ ਹੋ ਗਈ ਸੀ, ਅਮਰੀਕਾ ਵਰਗੇ ਕੰਟਰੀ 'ਚ ਬੈਂਕ ਫੇਲ ਹੋ ਗਏ ਸੀ, ਉਦੋਂ ਉਹਨਾਂ ਨੇ ਇਕਨੋਮੀ ਸੰਭਾਲੀ ਔਰ ਹਿੰਦੁਸਤਾਨ ਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ। ਹਿੰਦੁਸਤਾਨ ਦੀ ਇਕਨੋਮੀ ਜਿਹੜੀ ਹੈ ਉਹਨੂੰ ਸੰਭਾਲ ਕੇ ਰੱਖਿਆ। ਔਰ ਇੱਥੇ ਹੀ ਬਸ ਨਹੀਂ, ਜਦੋਂ ਪ੍ਰਾਈਮ ਮਿਨਿਸਟਰ ਬਣੇ ਤਾਂ ਸਾਡੀ ਜਿਹੜੀ ਇਕਨੋਮੀ ਹੈ ਉਦੋਂ ਉਹ ਵਰਲਡ ਵਿੱਚ ਲੈ ਕੇ ਆਏ। ਔਰ ਵਰਲਡ 'ਚ ਉਹ ਜਿਹੜੀ 5ਵੇਂ ਨੰਬਰ ਤੇ ਜਿਹੜੀ ਡਿਵੈਲਪਿੰਗ ਕੰਟਰੀ ਸੀਗੇ ਉਹਨਾਂ ਵਿੱਚ ਸਾਡੀ ਇਕਨੋਮੀ ਆਈ। ਔਰ ਤੁਸੀਂ ਐਵੇਂ ਆਪਾਂ ਬਿਨਾਂ ਵਜ੍ਹਾ ਇੱਕੋ ਗੱਲ ਸੁਣ ਲਈ ਕਿ 70 ਸਾਲ 'ਚ ਇਹ ਭਾਖੜਾ ਡੈਮ 2014 'ਚ ਬਣਿਆ। ਮੇਰਾ ਖਿਆਲ ਹੈ ਤੁਸੀਂ ਕਹੋਗੇ ਦੇਸ਼ ਆਜ਼ਾਦ ਵੀ 2014 'ਚ ਹੋਇਆ ਹੋਣਾ। ਔਰ ਇੱਥੇ ਹੀ ਜਿਹੜਾ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ, ਤਾਜੀ ਐਗਜ਼ਾਮਪਲ ਹੈ, ਚੰਡੀਗੜ੍ਹ ਵਿੱਚ ਇੱਕ ਹਸਪੀਟਲ ਦਾ ਮਹੂਰਤ ਕਰਨ ਆਏ ਮੋਦੀ ਸਾਹਿਬ। ਕਹਿੰਦੇ ਵੀ ਪਿਛਲੇ ਜੋ ਤਰੱਕੀ ਹੋਈ 8 ਸਾਲ 'ਚ ਹੋਈ, ਪਿਛਲੇ 70 ਸਾਲ 'ਚ ਕੁਝ ਨਹੀਂ ਹੋਇਆ। ਉਹੀ ਲੈਂਗੁਏਜ ਜੋ ਮੇਰੀ ਛੋਟੀ ਭੈਣ ਬੋਲ ਰਹੀ ਹੈ। ਔਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀਗਾ ਕਿ ਜਿਸ ਹਸਪੀਟਲ ਦਾ ਉਹ ਓਪਨਿੰਗ ਕਰਨ ਆਏ ਆ ਉਹਦਾ ਨੀਂਹ ਪੱਥਰ ਡਾਕਟਰ ਮਨਮੋਹਨ ਸਿੰਘ ਜੀ ਨੇ ਰੱਖਿਆ ਸੀ। ਡਾਕਟਰ ਮਨਮੋਹਨ ਸਿੰਘ ਜੀ ਨੇ ਫੰਡਸ ਮੁਹੱਈਆ ਕਰਾਏ ਔਰ ਉਹਦੇ ਨਾਲ ਹੀ ਉਹ ਜਿਹੜੀ ਹੈ ਬਿਲਡਿੰਗ ਬਣੀ। ਫਿਰ ਉਹਨਾਂ ਨੇ ਸਰਦਾਰ ਪਟੇਲ ਦਾ ਜਿਹੜਾ ਉੱਥੇ ਬੁੱਤ ਬਣਾਇਆ ਸਰਦਾਰ ਸਰੋਵਰ ਤੇ, ਉਸ ਸਰਦਾਰ ਸਰੋਵਰ ਦਾ ਮਹੂਰਤ ਵੀ ਡਾਕਟਰ ਸਰਦਾਰ ਪਟੇਲ ਜੀ ਦਾ ਜਿਹੜਾ ਸਰਦਾਰ ਸਰੋਵਰ ਹੈ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ। ਉਹਦਾ ਮਹੂਰਤ ਵੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ। ਫਿਰ ਇਹਨਾਂ ਨੇ ਗੱਲ ਕੀਤੀ ਰਾਜੀਵ ਗਾਂਧੀ ਜੀ ਦੀ। ਰਾਜੀਵ ਗਾਂਧੀ ਜੀ ਸੱਚੇ ਸੁੱਚੇ ਆਦਮੀ ਸੀ ਔਰ ਉਹਨਾਂ ਨੇ ਬਿਲਕੁਲ ਸੱਚੀ ਗੱਲ ਕਹੀ। ਔਰ ਉਹਨਾਂ ਨੇ ਕਿਹਾ ਵੀ ਇਹ ਕੁਰੀਤੀਆਂ ਨੇ, ਕਮੀਆਂ ਨੇ, ਇਹਨਾਂ ਨੂੰ ਦੂਰ ਕਰਨਾ ਹੈ। ਮੋਦੀ ਜੀ ਦੀ ਤਰ੍ਹਾਂ ਝੂਠ ਨਹੀਂ ਬੋਲੇ। ਦੇਖੋ ਮੋਦੀ ਜੀ ਦੀ ਤਰ੍ਹਾਂ ਫਿਰ ਇਸ ਗੱਲ ਨੂੰ ਮੰਨੋ, ਮੋਦੀ ਜੀ ਦੀ ਤਰ੍ਹਾਂ ਝੂਠ ਨਹੀਂ ਬੋਲੇ। ਮੋਦੀ ਜੀ ਇੱਕ ਦਿਨ 'ਚ 38 ਵਾਰ ਝੂਠ ਬੋਲਦੇ ਆ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉੱਥੇ ਜਾ ਕੇ ਅਮਰੀਕਾ 'ਚ ਕਹਿੰਦਾ ਅਬ ਕੀ ਬਾਹਰ ਟਰੰਪ ਸਰਕਾਰ, ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਮਿਆਰ ਉਹਨੂੰ ਇਜਾਜ਼ਤ ਦਿੰਦਾ? ਕੀ ਕਦੋਂ ਗਈ ਸੀ ਇੰਦਰਾ ਗਾਂਧੀ, ਕਦੋਂ ਗਏ ਸੀ ਰਾਜੀਵ ਗਾਂਧੀ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਜੈ-ਜੈਕਾਰ ਕਰਨ ਲਈ? ਇਹ ਦੇਸ਼ ਦਾ ਮਿਆਰ ਰੱਖਣਾ, ਦੇਸ਼ ਦੀ ਇੱਜ਼ਤ ਵਧਾਉਣਾ, ਇਹ ਕਾਂਗਰਸ ਦੇ ਵੱਸ ਦਾ ਰੋਗ ਹੈ, ਇਹ ਬੀਜੇਪੀ ਦੇ ਵੱਸ ਦਾ ਰੋਗ ਨਹੀਂ। ਜੀ ਸੁਰਿੰਦਰ ਕਮਲ ਜੀ, ਜੇ ਕਾਂਗਰਸ ਦੇ ਵੱਸ ਦਾ ਰੋਗ ਹੁੰਦਾ ਤਾਂ ਅੱਜ ਕਾਂਗਰਸ ਪਰਿਵਾਰਵਾਦ ਦੀ ਭੇਟ ਚੜੀ 24 ਸਾਲ ਬਾਅਦ ਇੱਕ ਗੈਰ ਜਿਹੜੇ ਸੀਗੇ ਉਹ ਗਾਂਧੀ ਪਰਿਵਾਰ ਨੂੰ ਉਹਨਾਂ ਦੀ ਮਜਬੂਰੀ ਬਣ ਗਈ। ਅੱਜ ਦਲਿਤ ਪੱਤਾ ਫਿਰ ਖੇਡਣ ਦੀ ਮਜਬੂਰੀ ਬਣ ਗਈ। ਅੱਜ ਕਾਂਗਰਸ ਨੇ ਤਾਂ ਇੱਕ ਵੱਡੇ ਲੋਕਤੰਤਰ ਦੀ ਵਿਰੋਧੀ ਧਿਰੀ ਖਤਮ ਕਰ ਦਿੱਤੀ। ਉਹਨਾਂ ਨੇ ਪਰਿਵਾਰਵਾਦ ਦੀ ਭੇਟ ਚੜਾ ਦਿੱਤੀ ਸੀ ਵਿਰੋਧੀ ਧਿਰੀ ਇੱਕ। ਤੁਹਾਨੂੰ ਪਤਾ ਤੁਸੀਂ ਕਾਂਗਰਸ ਹੋਣ ਦੇ ਨਾਤੇ ਭਾਰਤ ਦੇ ਲੋਕਤੰਤਰ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਇਆ। ਅੱਜ ਭਾਰਤ ਗੜੀ ਸਥਿਤੀ ਤੇ ਖਲੋਤਾ ਸੀ ਨਾ ਮੋਦੀ ਸਾਹਿਬ ਦੀ ਦੂਰਅੰਦੇਸ਼ੀ ਕਰਕੇ ਹੀ ਸੰਭਾਲਿਆ ਗਿਆ। ਬੀਜੇਪੀ ਨੇ ਲਾਈ ਹੈ ਲੋਕਤੰਤਰ ਨੂੰ ਢਾਹ ਲਾਈ ਹੈ ਤਾਂ ਬੀਜੇਪੀ ਨੇ ਲਾਈ ਹੈ। ਬੀਜੇਪੀ ਨੇ ਪਹਿਲੀ ਵਾਰੀ ਕਿਹਾ ਕਿ ਕਾਂਗਰਸ ਮੁਕਤ ਭਾਰਤ। ਅਸੀਂ ਕਦੀ ਨਹੀਂ ਕਿਹਾ ਬੀਜੇਪੀ ਮੁਕਤ ਭਾਰਤ।
ਹੁਣ ਅਸੀਂ ਕਹਿਣਾ ਸ਼ੁਰੂ ਕਰਾਂਗੇ ਵੀ ਜਿਹੜਾ ਇੱਕ ਜ਼ਰੂਰੀ ਬਣ ਗਈ ਸੀਗੀ ਗੱਲ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਆਜ਼ਾਦੀ ਤੋਂ ਹੁਣ ਤੱਕ ਦਾ ਸਿਸਟਮ ਹੀ ਇਹੀ ਸੀਗਾ। ਸਿਲੰਡਰ 400 ਰੁਪਏ ਦਾ ਸੀ, ਅੱਜ ਗਰੀਬ ਆਦਮੀ ਸਿਲੰਡਰ ਨਹੀਂ ਲੈ ਸਕਦਾ, 1100 ਦਾ ਸਿਲੰਡਰ ਹੋ ਗਿਆ। ਤੁਸੀਂ ਕਹਿੰਦੇ ਹੋ ਜੀ ਹਰ ਘਰ ਦੇ ਵਿੱਚ ਸਿਲੰਡਰ ਹੈ। ਤੁਹਾਡੇ ਵਾਰੀ ਤਾਂ ਔਰਤਾਂ ਦੇ ਇੰਨੇ ਬੁਰੇ ਹਾਲ ਸੀਗੇ, ਧੂਏ ਨਾਲ ਫੱਕ ਕੇ ਉਹਨਾਂ ਲੋਕਾਂ ਦੀਆਂ ਅੱਖਾਂ ਤੱਕ ਖਰਾਬ ਹੋ ਜਾਂਦੀਆਂ ਸੀ। ਅਸੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ ਕਿ ਸਾਨੂੰ ਭਾਰਤ ਦੀ ਇਕਨੋਮੀ ਨੇ ਬਾਹਰ ਕਰਨ ਦੇ ਵਿੱਚ ਕੋਈ ਕਸਰ ਤਾਈਓ ਨਹੀਂ ਛੱਡੀ, ਕਿਉਂਕਿ ਤੁਸੀਂ ਲੋਕਾਂ ਤੱਕ ਪਹੁੰਚ ਨਹੀਂ ਕਰ ਪਾਏ। ਉਹਨਾਂ ਨੇ ਹਿੰਮਤ ਹੀ ਨਹੀਂ। ਦੇਖੋ ਸਮਾਂ ਬਦਲਾਅ ਮੰਗਦਾ ਹੈ ਜੀ ਭਾਰਤੀ ਜੀ ਤੇ ਕਮਲ ਜੀ, ਵਿਸ਼ੇ ਬਹੁਤ ਨੇ ਜਿਨ੍ਹਾਂ ਤੇ ਬਹਿਸ ਹੋ ਸਕਦੀ ਹੈ, ਜਿਨ੍ਹਾਂ ਤੇ ਚਰਚਾ ਹੋ ਸਕਦੀ ਹੈ ਤੇ ਜਿਨ੍ਹਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ, ਪਰ ਫਿਲਹਾਲ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਆਪਾਂ ਚਰਚਾ ਕਰਦੇ ਰਵਾਂਗੇ ਪੰਜਾਬ ਦੇ, ਦੇਸ਼ ਦੇ, ਦੁਨੀਆ ਦੇ ਅਹਿਮ ਮੁੱਦਿਆਂ ਤੇ ਜਾਣਾਂਗੇ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਜਾਣੀਏ, ਉਹ ਗੱਲਾਂ ਜਾਣੀਏ ਜਿਨ੍ਹਾਂ ਨਾਲ ਅਸੀਂ ਤਰੱਕੀ ਵੱਲ ਵੱਧ ਸਕਦੇ ਹਾਂ। ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।